हमारे खंडो अनक विधि समझावो। हम ज्ञान अल्प मत थोड़ी, तुम आपन बिरद रखाओ। तुमरी शरण तुम्हारी आशा, तुम ही सजन सुहेले। राखो राखण हार दयाला, नानक करके गोले। जी राखो राखण हार दयाला, नानक करके गोले। राम गयो रावण गयो, जाको बो परवार। को नानक थिर कछ नहीं, सुपने ज्यों संसार। को नानक थिर कछ नहीं, सुपने ज्यों संसार। साध संगत जीओ, आप वड्डे भागां वाले हो जो सतगुरां दे बचन दी कमाई कर रहे हो, अमृत वेले दी संभाल कर रहे हो। गुरु साहब बख्शिश करन, रहमत वरताउण, आप जी दा गाविया सुनिया दरगाह विच प्रवान हो जाए। सतगुरु गुरु तेग बहादुर बाबा जी जिन्हां दे सलोक 57 सलोक हन, 59 शब्द हन, जो कि 15 रागां विच बाणी है। जो सलोक रूटीन तो ज्यादा वध गए, गुरु तेग बहादुर साहब ने उन्हां नूं वारां तो वधीक सलोकां दे विच ऐड कर दिता, जिन्हां नूं भोग दे सलोक भी कहे जांदे ने, जिन्हां नूं नावे महल्ले दे भी सलोक कहे जांदे हन। सतगुरु दे बहुत ही सधारण भाषा विच, लोक भाषा दे विच ये शब्द हन। और इन्हां सलोकां दे विच सतगुरु ने जो सच्चाई है जीवन दी उसनूं प्रगट कीता है। बहुत सुंदर बोल हन। अखरी अर्थ दे विच राम गयो रावण गयो, जाको बोह परवार। सतगुरु ने उदाहरण देखो अवतारी पुरुष दा दिता। त्रेते युग दे अवतार दशरथ दे बेटे श्री रामचंद्र, ओ राम नहीं जिहड़ा रमिया होया। रामैया हो बारक तेरा, काहे न खंडस अवगण मेरा। ओ राम नहीं, इत्थे रावण नाल आया है। इहदा भाव इह वे जिन्ने राम ने दशरथ दे घर रामचंद्र दे रूप विच अवतार धारिया। तो गुरु तेग बहादुर बाबा जी कहंदे ने राम भी चले गए, रावण भी बहु परिवार। राम गयो रावण गयो, जाको बहु मीन्स बहुत वड्डा उसदा परिवार सी। कोह नानक अपने वड्डे सतगुरां दी नानक दी मोहर ला के गुरु तेग बहादुर जी कहंदे हन, कोह नानक थिर कछ नहीं, कुछ भी संसार दे विच स्थिर नहीं है। सुपने ज्यों संसार, ये संसार एक सुपने दी न्याई है। देखो कितने वड्डे उदाहरण सानू दे के ये समझाना कीता कि ये सारा संसार चलायमान है, कोई भी स्थिर नहीं है। भावें रावण वर्गे जिन्हां ने मौत नूं
ਪਾਵੇ ਦੇ ਨਾਲ ਬਣਿਆ ਸੀ। ਕਹਿੰਦੇ ਨੇ ਇਤਿਹਾਸ ਕਿ ਉਹਨੂੰ ਕੋਈ ਮਾਰ ਨਹੀਂ ਸਕਦਾ, ਪਰ ਕਾਲ ਨੇ ਉਹਦਾ ਵੀ ਪਿੱਛਾ ਨਹੀਂ ਛੱਡਿਆ। ਮੈਂ ਸੋਚਣਾ ਵਾਂ ਕਿ ਅੱਜ ਤੋਂ 150 ਸਾਲ ਪਹਿਲੇ ਅੱਜ ਦੀ ਦੁਨੀਆ ਦੇ ਵਿੱਚ ਜਿਤਨੇ ਸਰੀਰ ਨੇ ਉਹ ਪਹਿਲਾਂ ਨਹੀਂ ਸਨ। ਹੁਣ ਜਿਹੜੇ ਹਨ ਆਉਣ ਵਾਲੇ 100-125 ਸਾਲ ਬਾਅਦ ਇਹਨਾਂ ਵਿੱਚੋਂ ਸਾਡੇ ਵਿੱਚੋਂ ਕੋਈ ਵੀ ਨਹੀਂ ਹੋਏਗਾ। ਖਿਮਾ ਕਰ ਦੇਣਾ, ਕਿਉਂਕਿ ਆਰਜਾ ਹੈ ਜਿਹੜੀ ਸਾਡੀ ਬਹੁਤ ਹੋਏ 70-80, ਵੈਸੇ 100 ਵੀ ਚਲੋ ਕਹਿ ਲਓ। ਮੇਰੇ ਕਹਿਣ ਤੋਂ ਮੁਰਾਦ ਕਿ 100 ਤੋਂ ਬਾਅਦ ਜਿਤਨੇ ਕੁਝ ਅਸੀਂ ਦੇਖ ਰਹੇ ਨਾ, ਇਹ ਕੋਈ ਵੀ ਨਹੀਂ ਹੋਏਗਾ। ਫਿਰ ਨਵੇਂ ਸਰੀਰ ਹੋਣੇ, ਕਿਉਂਕਿ ਸੰਸਾਰ ਸਾਰਾ ਚਲਾਏਮਾਨ ਹੈ। ਜੋ ਕੁਝ ਵੀ ਅਸੀਂ ਸੰਸਾਰ ਵਿੱਚ ਵੇਖ ਰਹੇ ਹਾਂ ਨਾ, ਇੱਕ ਦਿਨ ਸਭ ਨੇ ਵਿਨਸ ਜਾਣਾ ਹੈ। ਜੋ ਉਪਜਿਓ ਸੋ ਵਿਨਸ ਹੈ। ਜਿਹੜਾ ਕੁਝ ਵੀ ਸੰਸਾਰ ਦੇ ਵਿੱਚ ਉਪਜਿਆ ਹੈ, ਪੈਦਾ ਹੋਇਆ ਹੈ ਨਾ, ਇੱਕ ਗੱਲ ਮਨ ਵਿੱਚ ਜ਼ਰੂਰ ਅੱਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਇਹ ਬਿਠਾ ਲਓ, ਜੋ ਉਪਜਿਓ ਸੋ ਵਿਨਸ ਹੈ, ਪਰੋ ਆਜ ਕੇ ਕਾਲ। ਅੱਜ ਜਾਂ ਕੱਲ ਭਾਵ ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਕੁਛ ਵੀ ਤੇਰੇ ਨਾਲ ਨਹੀਂ ਜਾਣਾ, ਕਿਉਂਕਿ ਸਭ ਝੂਠ ਹੈ। ਤੇ ਝੂਠ ਦੀ ਬੁਨਿਆਦ ਕਿਤਨੀ ਕੁ ਹੁੰਦੀ ਹੈ। ਤੈਨੂੰ ਜਿਹੜੇ ਸਵਾਸ ਮਿਲੇ ਨੇ ਨਾ, ਬਹੁਤ ਗਿਣ ਕੇ ਮਿਲੇ ਹਨ। ਤੇਰੇ ਕੋਲ ਸਵਾਸ ਬੜੇ ਕੀਮਤੀ ਨੇ। ਮੈਂ ਸੰਸਕ੍ਰਿਤ ਦੇ ਸ਼ਲੋਕ ਪੜ੍ਹ ਰਿਹਾ ਸੀ। ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਕੇ ਝੋਲੀ ਵਿੱਚ ਬੜੇ ਕੀਮਤੀ ਬੋਲ ਸਤਿਗੁਰੂ ਬਾਣੀ ਵਿੱਚ ਲਿਖ ਰਹੇ ਸਨ। ਅਚੇਤ ਮੂੜਾ ਨਾ ਜਾਣਤ ਘਟੰਤ ਸਾਸਾ। ਅਚੇਤ ਮੂੜਾ, हे ਪਾਗਲ ਮਨੁੱਖ, ਬੇਸਮਝ ਗਵਾਰ ਮਨੁੱਖ। ਦੇਖੋ ਕਿਵੇਂ ਸਾਨੂੰ ਕਹਿ ਰਹੇ ਨੇ, ਕਹਿੰਦੇ ਆਪਣੇ ਆਪ ਨੂੰ ਨੇ, ਪਰ ਬਾਣੀ ਜਦੋਂ ਅਸੀਂ ਪੜਾਂਗੇ ਸਾਨੂੰ ਟੁੱਕੇਗੀ ਸਾਡੇ। ਅਚੇਤ ਮੂੜਾ, ਕਹਿੰਦੇ ਨੇ हे ਮੂੜ ਮੂਰਖ, ਨਾ ਸਮਝ, ਨਾ ਜਾਣਤ ਘਟੰਤ ਸਾਸਾ। ਨਿਤ ਪ੍ਰਤੇ ਤੇਰੇ ਰੋਜ਼ ਸਵਾਸ ਘਟਦੇ ਜਾ ਰਹੇ, ਕਿਉਂਕਿ ਸਵਾਸ ਤੈਨੂੰ ਗਿਣ ਕੇ ਮਿਲੇ। ਅਚੇਤ ਮੂੜਾ ਨਾ ਜਾਣਤ ਘਟੰਤ ਸਾਸਾ, ਨਿਤ ਪ੍ਰਤੇ ਮਹਾ ਸੁੰਦਰੀ ਕਾਇਆ। ਛਿਜੰਤ ਮਹਾ ਸੁੰਦਰੀ ਕਾਇਆ। ਤੇਰੀ ਜਿਹੜੀ ਬੜੀ ਸੁੰਦਰ ਕਾਇਆ ਹੈ ਨਾ, ਜਿਹਨੂੰ ਤੂੰ ਸਜਾਂਦਾ ਵਜਾਂਦਾ ਰਹਿਣਾ, ਜਿਹਦੇ ਉੱਤੇ ਤੂੰ ਸਾਰੀ ਉਮਰ ਲਗਾ ਦਿੱਤੀ ਹੈ ਸਵਾਰਨ ਦੇ ਵਿੱਚ। ਕਿੰਨਾ ਕਿੰਨਾ ਅਸੀਂ ਸਮਾਂ ਸ਼ੀਸ਼ੇ ਦੇ ਮੂਹਰੇ ਖੜੇ ਹੋ ਕੇ ਅਸੀਂ ਆਪਣੇ ਜੀਵਨ ਨੂੰ, ਸਮੇਂ ਨੂੰ ਕਿਤਨਾ ਸਜਾਨ ਸਵਾਰਨ ਵਿੱਚ ਲੱਗੇ ਰਹਿੰਦੇ। ਮਾਰੇ ਕਹਿੰਦੇ ਛਿਜੰਤ ਮਹਾ ਸੁੰਦਰੀ ਕਾਇਆ। ਇਹ ਜਿਹੜੀ ਤੇਰੀ ਕਾਇਆ ਹੈ ਨਾ, ਬੜੀ ਸੋਹਣੀ ਸੁੰਦਰ ਲੱਗਦੀ ਹੈ। ਇਹ ਛਿਜੰਤ ਜਾ ਰਹੀ ਹੈ, ਘਟਦੀ ਜਾ ਰਹੀ ਹੈ। ਇਹਦੇ ਅੰਦਰ ਝੁਰੀਆਂ ਪੈਂਦੀਆਂ ਪਈਆਂ। ਛਿਜੰਤ ਮਹਾ ਸੁੰਦਰੀ ਕਾਇਆ, ਕਾਲ ਕੰਨਿਆ ਗ੍ਰਸਤੇ। ਕਾਲ ਹੁੰਦਾ ਮੌਤ, ਸਮਾਂ ਮੌਤ। ਕੰਨਿਆ ਕਾਲ ਦੀ ਪੁੱਤਰੀ। ਕਾਲ ਦੀ ਪੁੱਤਰੀ ਕੌਣ ਹੈ? ਸਾਡੀ ਬੁਢੇਪਾ ਜਰ। ਗ੍ਰਸਤੇ ਸਾਨੂੰ ਬੁਢੇਪਾ ਹੈ, ਜਿਹੜਾ ਮੌਤ ਕਾਲ ਰੂਪੀ ਪੁੱਤਰੀ ਹੈ ਨਾ, ਉਹ ਸਾਨੂੰ ਖਾਈ ਜਾ ਰਹੀ ਹੈ। ਸਾਨੂੰ ਨਹੀਂ ਪਤਾ ਲੱਗ ਰਿਹਾ। ਅਸੀਂ ਬਹੁਤ ਨੇੜੇ ਮੌਤ ਦੇ ਆਈ ਜਾ ਰਹੇ ਹਾਂ। ਠੀਕ ਹੈ, ਅਸੀਂ ਆਪਣੇ ਦੁਨਿਆਵੀ ਜਨਮ ਦਿਨ ਮਨਾਉਂਦੇ ਹਾਂ, ਬੜਾ ਕੁਛ, ਆਪਣੀਆਂ ਐਨੀਵਰਸਰੀਆਂ ਵੀ ਮਨਾਉਂਦੇ ਹਾਂ, ਸਾਰਾ ਕੁਛ ਮਨਾਉਂਦੇ ਹਾਂ। ਮਾਂ ਵੀ ਜਾਣਦੀ ਹੈ ਪੁੱਤਰ ਮੇਰਾ ਵੱਡਾ ਹੋ ਰਿਹਾ ਹੈ, ਪਰ ਇਤਨਾ ਕੁ ਨਾ ਜਾਣਤ ਦਿਨ ਦਿਨ ਅਵਧ ਘਟਤ ਹੈ। ਅਸੀਂ ਤੇ ਖੁਸ਼ੀ ਨਾਲ ਆਪਣੇ ਜਨਮ ਦਿਨ ਮਨਾ ਰਹੇ ਹਾਂ ਨਾ। ਮਾਂ ਵੀ ਖੁਸ਼ੀ ਨਾਲ, ਪਿਤਾ ਵੀ, ਸਾਰੇ ਕਹਿੰਦੇ ਨੇ ਮੇਰਾ ਬੱਚਾ ਵੱਡਾ ਹੋ ਗਿਆ। ਦਰਅਸਲ ਵੱਡਾ ਨਹੀਂ ਹੋਇਆ, ਦਿਨ ਦਿਨ ਅਵਧ ਘਟਤ ਹੈ।
दिन दिन हर श्वास तेरे घटते जा रहे ने, तू वड्डा कादा हो गया? खुशी कादी मना रहे हैं? ओद घटै दिन सरैन आरे, मन गुरमिल काज सवारे। तेरे काज सवार लै, गुरु नाल मिल के ना जेड़े ये कारज सवार लै। ये जदों असीं संगत विच बैठ के बैठे ना, कारज सवार रहे हाँ। असीं अपने जिहड़ा मनोरथ है ना जीवन दा, उसनूं साकारत कर रहे हैं। ये भागां वालियां नूं प्राप्त हुंदा है। हाँ, जे असीं अमृत वेले जागने भी हाँ, बाणी भी पढ़ने हाँ, असी ये काम भी कर रहे हैं ते नाल मनु खिमा कर देना, नाल असी माड़े काम भी फिर दिन विच करने हाँ। ठगियां भी मारने आ, भैड़ी सोच भी रखने आ, भैड़े ख्यालात भी रखने आ। फिर गुरु दा कसूर नहीं है। गुरु ने ते तुहानू बख्शिश मेहरामत करके अमृत वेले दात नितनेम दी दे दी। इको कबीर साहब कहते ना, शब्द कबीर मन जाने सब बात, जानत ही ओगत करे। कहते ने जिस टाइम बंदा गुरबाणी वाले बनने लगता है ना, रब वाले बनने, फिर वो सारियां गल्लां जानदा है। उन्होंने भैड़े और चंगे दी पछाण हो जाती है ना। जदों संगत नहीं करते सी, नहीं पता सी की भैड़े ते की चंगे आई है। कबीर मन जाने मन माने सब बात, जानत ही ओगन करे, काहे की कुसलात हाथ दीप कुएं परे। कहते काहे दी कुसलात, कुशल काहे दी तेन खुशी, काहदा तू सुख हो रहा है? जे तेरे हाथ विच जलदा होया दीपक होए, प्रकाश तेरे हाथ विच होवे, कोई मोमबत्ती तेरे हाथ विच होवे, अंधेरे विच तू जा रहे हैं ते अगे फिर खूह च डिग पवें, ते इहदे विच फिर गुरु दे ज्ञान दा ते कोई कसूर ना होया ना। गुरु दा कसूर ते नहीं होया ना, गुरु दे शब्द दा कसूर ते नहीं होया ना। गुरु ने ते तन्नू ओ दीपक ज्ञान दा, प्रकाश दा दीपक तेरे हाथ विच फड़ा दिता है ना। फिर असीं जान के उस खूह च गिर रहे हाँ, तो फिर ते साडा कीता सब खत्म है मेरे समेत। इस तरह कह लो गड्डी जैक ते ही खड़ी है, चलती जरूर पई है, पेट्रोल जरूर खर्च हो रहा है, समा जरूर लग रहा है, पर जैक ते गड्डी जब 2 घंटे बाद वेख्या ते मीटर ते घूम गया, पेट्रोल भी लग गया, पर सफर तय नहीं होया। तो पातशाह अज ये समझा रहे ने, भाई तेरी जीवन दी बाजी बहुती लंबी ना समझ है। मैं तेनू कहना उदाहरण दे के दस रहा वा। जे रामचंद्र वर्गे अवतारी पुरख वो कूच कर गए, रावण वर्गे कूच कर गए, ते तू किस खेत दी मूली है? तू किस गल दा गुमान कर रहा है? और जो कुछ तू वेख रहा है ना, कोई भी थिर नहीं है। देखो उदाहरण दे के सानू सीधा समझा दिता है कि ये सब कुछ झूठ है, सुपने दी न्याई है। सुपना असीं जदों वेखने आ राती सोंदे विच, जदों साडी सुरत शांत हो जाती है, शरीर बिल्कुल सीधा हो जाता है, सानू नहीं पता लगता। सियाणे कहंदे ने जद बंदा सुता होया ते मोए दे बराबर है, तो उन्हें सुध बुध नहीं होंदी। फिर वो सुपना वेखदा है। कई बारी सुपने आउंदे ने, असीं सुपने विच राजे बन गए हाँ, राजा वेखदा, कई बारी भिखारी बन जांदा। जद अख खुलदी है, सुपने जो संसार, अरे मैं तो वही हाँ, मैं तो कुछ भी नहीं मनते, भुलेखा पै गया। दरअसल गुरु तेग बहादुर साहब कहते ने, ये जिहड़ा सुपना भी तू देख रहा ना, झूठा ही है। ये संसार झूठा ही आ, जग रचना सब झूठ है। देखो गुरबाणी दे अर्थ गुरबाणी कर दी, कोई गल बाहरों नहीं है। झूठ है ना, जेड़ी चीज बिनस जानी है झूठ है, जेड़ी चीज सदा रहनी है वो सच है। सच कौन है? वो परमात्मा आदि सच। उन्हें पढ़िया ना जपजी साहब, जुगाद सच
है भी सच, नानक होसी भी सच। वो सच है। ते जिहड़ी ये परमात्मा ने ये जग बनाया है ना, ये सब झूठ है। जान लियो रे मीत, मित्र बना के सानू गल कर रहे ने सतगुरु। किसी मित्र नूं चंगी गल समझानी होई, कहंदा आ मित्र तैनूं मैं दसां ये रचना जितनी है झूठ है। कह नानक थिर ना रहे, कोई चीज थिर नहीं रहनी। जो बालू की भीत, बालू होंदी है रेत। अज पंजाब या दुआबे पासे चले जाओ ना, उत्थे बालू कहंदे ने, असीं रेत कहने ना, वो बालू कहंदे ने। ते बालू की भीत, हुण दीवार है जिहड़ी रेत दी, कितना चिर रुकेगी? पानी आएगा तो ढा देगी, खत्म कर देगी। इवें अपना एक जीवन है साडा। एक मैं मिट्टी दे समान है। मिट्टी, मिट्टी की हुंदी है? कबीर धूर सकेल के पुड़िया बांधी दे, दिवस चार को पेखना अंत खे की खे। कबीर साहब कहते ने परमात्मा ने ना एक धूर मिट्टी नूं कट्ठियां करके ना, पंज तत्तां नूं कट्ठा करके, धूर सकेल के, स्केल में कट्ठी करके पुड़िया बांधी दे, ये शरीर रूपी एक पुड़िया बांध के सानू दे दी। दिवस चार को पेखना, राम गयो रावण गयो, जाको बो परवार। दिवस चार को पेखना अंत खे की खे। होना की है? अंत वेले की होना है? खे दी खे ही हो जानी है, क्योंकि चीज नाल कोई रहनी ही नहीं है। मिट्टी दी मिट्टी विच मिल जानी है। कोई कबीर साहब गया ना, कोई अपना घर बनाया किसी ने, घर बना के बड़ा खुश, ते कबीर साहब उन्हें वेख रहे ने। कबीर कहते कबीर गर्व ना कीजिए, ऊंचा देख निवास। अपने घर नूं ऊंचा वेख्या ना ते गर्व ना कर लै। आज काल भुए लेटना, ऊपर जामे कास। तू अज या कल जदों तेरी मौत दा बुलावा आना ही ना, ते उस वेले फिर यही तेरी मिट्टी दे उत्ते घास जम्मी होनी। नामदेव जी कहते गहरी करके नींव खुदाई, ऊपर मंडप छाए। नामदेव जी कहते ने इस तरह बंदा नीवा थले जमीन तक खोददा और इन्नी गहराई विच खोद लैंदा है, ओहदे उत्ते सोहने मंडप माड़ियां बनांदा है कि मैं इन्हां चिरांगा, इन्हां चिरांगा। मार कंडे ते कोद काई, जिन तृण धर मूंड बस लाए। किन्नी वड्डी उम्र सी मार कंडे दी, 125 साल रहे वो भी नहीं, पर वो कखां दी कुल्ली ते अपने सिर ते रख के उन्होंने समा गुजार दिता। कहते ना असी जीवन की निर्वाह करने वास्ते सानू कोई इन्ने गहरी करके नींव नहीं खुदानी, क्योंकि जिन्हों समझ आ गई। हुण देखो असी इत्थों दरबार साहब जाना है, एक और उदाहरण समझ लीए तो फिर इस गल समझ आ जाएगी। कि असी 2 दिन वास्ते गए, सानू कमरा मिल जाए। अज हर कोई चाहता है कि मैं तीर्थ स्थान ते जावां, मैनू सोहना कमरा मिल जाए, लैट्रिन बाथरूम अटैच मिल जाए, मेरी फैमिली नूं सहूलियत हो जाए। पर असी उत्थे 2 दिन रहना है ते असी उस हिसाब नाल डेरा ला लीए कि मैं ते हुण जाना ही नहीं। पर सानू इतना पता है 2 दिन बाद तो कूच कर जाना है, टाइम आउट होना है, असी आ जाना है। ते जे ये जीवन की बाजी नूं समझ जाइए कि असी भी संसार एक रैन बसेरा है, ये झूठा है, ते मैं समझना साडी सोच दे विच बहुत बदलाव आ जाए। जद मैनू पता है मैं इत्थे रहना ही नहीं, जद पता है मैं हरमंदर साहब जाके सिर्फ 2 दिन आया, मैं किस कारज वास्ते आया, मैं वही कारज करना है। मैं दसो उत्थे जाके कोई इन्ना समान इकट्ठा करांगा जिहदे नाल मैं उस घर दे अंदर जिहड़े होटल विच या सरां विच रह रहा वां, मैं उत्थे इन्ना समान इकट्ठा करांगा? नहीं, क्योंकि उन्हें पता है मैं फिर कैरी करके भी ले जाना है, ते मेरे को समा भी कोई नहीं। भगत लोगों ने इस चीज का ज्ञान हो गया, उन्होंने समझ आ गई कि मैं ते ये चीज़ां ते मेरियां सिर कोई है ही नहीं। जिन्होंने इन्ना पता लग जाए ना, वो खलारे नहीं पाते। एक बड़ी प्यारी पंक्ति है गुरु ग्रंथ साहब दी,
नोट कर लेना। ਅਸੀਂ ਮਹਾਂਪੁਰਖਾਂ ਕੋਲ ਜਿਨ੍ਹਾਂ ਕੋਲ ਬਹਿ ਕੇ ਸੰਥਿਆ ਕਰਦੇ ਸੀ ਨਾ, ਇਹ ਸਾਨੂੰ ਜ਼ਰੂਰ ਸਮਝਾਉਂਦੇ ਸੀ। ਕਹਿੰਦੇ ਜਿਨ੍ਹਾਂ ਨੂੰ ਸਮਝ ਆ ਜਾਏਗੀ ਇਹ ਜਗ ਰਚਨਾ ਸਭ ਝੂਠ ਹੈ, ਜਿਨ੍ਹਾਂ ਨੂੰ ਸਮਝ ਆ ਗਈ ਕਿ ਰਾਮ ਗਿਓ ਰਾਵਣ ਗਿਓ ਜਾਕੋ ਬੋ ਪਰਿਵਾਰ ਕੋ ਨਾਨਕ ਫਿਰ ਕੱਛ ਨਹੀਂ ਸੁਪਨੇ ਜੋ ਸੰਸਾਰ। ਕਹਿੰਦੇ ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਮੈਂ ਸੰਸਾਰ ਵਿੱਚੋਂ ਚਲੇ ਜਾਣਾ ਹੈ, ਕਹਿੰਦੇ ਨੇ ਜਿੰਨੀ ਚੱਲਣ ਜਾਣਿਆ। ਦੇਖੋ ਕਿੰਨੇ ਪਿਆਰੇ ਬੋਲ ਨੇ। मैं कहना गुरु ग्रंथ साहब दे अगर इस एक बोल लूं भी ना, बड़े ध्यान नाल पढ़िए सुनिए विचारिए ना, तो पंक्ति अगे जान ही नहीं देती। जिन्नी चलन जाने से क्यों करे विथार। पातशाह कहते ने जिन्नू पता लग गया मैं चले ही जाना है, वो ज्यादा खलारे नहीं पांदा, क्योंकि ध्यान फिर साडा पिछे रहेगा। बई यह भी काम सी, इधर भी मेरा कारोबार सी, उधर भी सी, इधर भी सी। असी कहते ने खबर पल की नहीं ते उम्मीदें 100 साल की। आसां सी 100 साल दियां ला लियां ने। मैनूं कुछ समा होया एक बजुर्ग मिले, करीब 80 साल दे नियर अबाउट होने ने। मैं बिरती दस रहा, जिन्हां दी बिरती हले भी लालच विच डुबी हुई, जिन्हां नूं गुरमत दा ज्ञान नहीं है। मैं उन्होंने कुछ समा बैठा, उन्होंने दी खबर लैन वास्ते घर गया। मैं कहा पापा जी ठीक है, सब रिलेटिव से दूर दे। तो गल्लां चलियां ते विचों कहन लगे गल करते, मैं सुन के हैरान हो गया। 80 साल दे बुजुर्ग, ओ पापा जी मैनूं कहंदे ने, कहंदे जी बेटा मैं हुण एक ऐसा कारोबार शुरू कीता है जिहड़ा 20 सालां विच मेरे कोल पैसा ही पैसा हो जाना। मैं कहा देखो बंदे दी उम्र किथे, कहण वाली गल नहीं, पैर कबरां विच, पर सोच माइक बिरथी लालच दी झूठे मान कहा करे जग सुपने जो जान। किस गल दा मान कर रहे हैं? तो जिन्नी चलन जानिया, अज ये पता लग जाए कि रावण वर्गे जिन्हां ने बड़ा वड्डा परिवार सी वो चले गए, राम वर्गे चले गए, हरनाकश वर्गे चले गए, जिन्हां ने इन्ने वर ले हुए सन, अंदर मरा ना बाहर मरा, ना दिने मरा ना राती मरा, ना मेरा खून दा कचरा जमीन ते ना गिरे, किसे वार ना मरा, किसे बंदे को ना मरा। किन्ने ही वर ले ले उन्हें। दसो बच्चों, जिन्नी चलन जानिया से क्यों करे विथार। चलन सार ना जाने कारज सवारन हार। और जिन्हां नूं सार दा पता नहीं लगे ना, वो कारज सवारी जा रहे ने, दुनिया दे कारज सवार है। जिहदी बाबत गुरु अर्जन देव महाराज कहंदे ना, भाई प्राप्त मानु दे हरिया गोबिंद मिलन की ए तेरी बरिया, अवर काज तेरे किते ना काम। अवर केड़े? अवर नहीं, काम ते सारे करने ने। अवर काज तेरे किते न काम, मिल साध संगत भज केवल नाम। केड़े कारज जेड़े लोभ वश हो गए। एक ते समझ आती है जिहदे नाल रोटी कमानी है, कारज करना। एक ओ जिन्नू जिहदे विच समा भी खराब हो रहा है, और तू जिहड़े 8 और 10 20 पुस्तां वास्ते सोच विचार मंडल विच लाई। तो सतगुरु कहते ने झूठे मान कहाँ करे, जाग सुपने ज्यों जान, इनमें कछ तेरो नहीं, नानक कहो बखान। नानक विख्यान करके कह रहे ने, सानू समझा रहे ने, इन विच तेरा कुछ भी नहीं। जदों तू जाना है ना, तो तेरे कोल कबीर ए तन जाएगा, सको तन लेहो बहोर। जे बचा सकना ही तो बचा लै। एक फरीद साहब का श्लोक आंदा ना, बुढ़ा हुआ शेख फरीद कम्मन लगी दे, जे सोवरिया जीवना पी तन होसी के। चल मान लिया तेरी उम्र 100 साल हो गई, फरीद साहब कहते मान लिया। वैसे तो अजकल 60-70 ते ही जो अजकल हालात चल रहे हैं, तो मैं नहीं समझता कि आने वाले समय 100 साल के कोई बजुर्ग होंगे। मिसाल हो जाएगी गल। पुरातन होंदे सन 120-25 बाबा बुढ़ा जी, ब्रह्म ज्ञानी, मारकंडा रिखी, बहुत नाम जपण वालियां रूहां होइयां ने, जिहड़े संसार दे भले वास्ते रुके ने।
जिन्हां वालों परमात्मा वालों ड्यूटी लगी सी, जाओ भाई संसार दा भला करो, ते उन्होंने उम्र भोगी नहीं। ਅਸੀਂ कहने भोग के गया, नहीं भोग के नहीं गया, वो सवार के गए ने। गुरु मिल काज सवारे, वो गुरु नाल मिल के अपने कारज नूं सवार के गए ने। जे असी गुरु नाल मिल के गुरु दी बाणी पढ़ के कारज नहीं सवारे ना, फिर महाराज ने कहा अवर काज तेरे किते ना काम। कबीर ए तन जाएगा, सको ता लेओ बहोर, बचा सक नहीं तो बचा लै। नांगे पाओ ते गए जिनके लाख करोड़, जिन्हां को लखां करोड़ सी ना, वो भी नंगे ही चले गए ने संसार दे विच। दसो कुछ लैके गए ने? कबीर साहब ते इत्थों तक कहंदे ने लई लंगोटी तोड़, कबीर कोडी कोडी जोड़ के जोड़े लाख करोड़, चलती बार ना कछ मिलियो लही लंगोटी तोड़। चलती बार ते उन्होंने लंगोटी भी ला लैनी, जिहड़ी वासनी पाई हुंदी है ना पुरातन समय विच, वो भी ला लैनी। फिर दुनिया में जिहड़े ब्रांडेड कपड़े पाते रहे ना, फलाना ब्रांडेड फलाना ब्रांडेड। जदों मौत आंदी है ना साध संगत, उस वेले कफन दा कोई ब्रांड नहीं हुंदा जे। हुंदा ब्रांड दसो? कफन दा कोई ब्रांड नहीं हुंदा। उस वेले तो कहंदे ने ले आ भाई, सीन भी पूरी ना मारी, पाना ही है। उस टाइम कोई ब्रांड नहीं देखते। उस टाइम ते साध संगत नांगे आवन नांगे जाना, कोई ना रहिए राजा राणा। अरे बड़े बड़े राजे राणे चले गए ने। राम राजा नो निध मरै, सुन हेत कलत धन तेरे, आवत संग न जात संगाती। ना तेरे नाल कुछ आया ते ना तेरे नाल कुछ जाना है, कहा पयो दर बांधे हाथी। पुरातन समय च हाथी जिन्हां कोल हुंदे सन ना, बड़े सौखे। अजकल ते चलो गड्डियां ने, किसी को ओडी या वड्डियां वड्डियां गड्डियां, शेवरलेट या मर्सिडी, कहंदे ने इन्नियां वड्डियां वड्डे हाथी जिहड़े घर दे बाहर बंधे हुए सन, या इन्नियां अज दे माहौल दे हिसाब नाल इन्ने ने वड्डियां गड्डियां तेरे घर दे बाहर संग आव संग ना जात संगाती। कहा पयो दर बांधे हाथी, ना वो चीजां तेरे नाल आईयां सी। दसो कोई इन्नी वड्डियां वड्डियां कोठियां कारां नाल लैके गए ने, नांगे आवन नांगे जाना। लंका गढ़ सोने का भया, मूर्ख रावण क्या लै गया। वाह, सोने दा गढ़, किला ओदा सोने दा सी लंका रावण दी। इस तो सौखा कौन होएगा, इन्ना पैसा जिहदे कोल होवे। मूर्ख रावण क्या लै गया। वैसे तो कई विद्वानों ने मूर्ख रावण भी कहा, ते कई विद्वानों ने कहा मूर्ख रावण क्या लै गया। कितने सानू भी संबोधित करके ए मूर्ख रावण इतना कुछ छोड़ गया, मूर्ख मूर्ख सानू कह रहे हैं, मूर्ख रावण क्या लै गया, रावण की लै गया। ते किथे जे अगर ये विचार करिए ते गुरबाणी कहती मूर्ख रावण क्या लै गया। इतना विद्वान, 4 वेदां दा ज्ञाता, किन्ने ग्रंथ उन्होंने कंठ, कितना वड्डा सूझवान विद्वान, होया कि मूर्ख संज्ञा की मिली। मूर्ख जिहड़ी माया ज्यादा कट्ठी, माया वाल जिदा रुझान हुंदा है ना, माया कारण धावी मूर्ख लोग अजान। काचा तन संचे मूर्ख गावार, कह कबीर किछ गुण विचार। तू विचार, गुण दी विचार कर। ये सारे उदाहरण दे के गुरु साहब सानू समझा रहे ने। साडी मत दे विच ਉਹ अकल पा रहे ने ਜਿਹੜੀ ਬਾਹਰਲੀ ਮਾਇਕ ਪਦਾਰਥਾਂ ਦੀ ਸਾਡੇ ਵਿੱਚ ਘੁਸੀ ਪਈ ਏ, ਜਿਹਨੂੰ ਅਸੀਂ ਸਥਿਰ ਮੰਨ ਰਹੇ ਹਾਂ ਸੰਸਾਰ ਨੂੰ, ਜੋ ਹਰ ਇੱਕ ਚੀਜ਼ ਬਿਨਸ ਜਾਣੀ ਹੈ। ਜੋ ਕੁਝ ਵੀ ਅਸੀਂ ਦੇਖ ਰਹੇ ਹਾਂ ਉਹ ਸਭ ਬਿਨਸ ਜਾਣਾ ਹੈ। ਇੱਕ परमात्मा ने नहीं बिनसना। अविनाशी जीवन को दाता सिमरत सब मलक हुई, वो अविनाशी है। बाकी तो सब होर केती झक झक आवे जाए। कह कबीर किछ गुण विचार चले जुआरी, दोए हाथ चाड़। जे इस तरह रहा तो जिस तरह जुआरी हुंदा ना, हार जाए ना तो उसकी शक्ल देखने वाली हुंदी है। दोए हाथ चाड़ के किस तरह चल जाता है ते ओदा चेहरा उतर जाता है, पता नहीं कितना कुछ हो जिंदगी की बाजी हार गया।
ਇਸੇ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਨੇ ਤੂੰ ਵੀ ਇਹ ਜੂਏ ਦੀ ਬਾਜੀ ਹਾਰ ਰਿਹਾ ਹੈ ਜੇ ਤੂੰ ਹੱਲੇ ਵੀ ਆਪਣੀ ਅਕਲ ਨੂੰ ਮਾਇਕ ਪਦਾਰਥਾਂ ਦੇ ਵਿੱਚ ਖਚਤ ਕੀਤਾ ਹੋਇਆ। ਦੇਖੋ ਰਾਵਣ ਦੀ ਉਦਾਹਰਣ ਗੁਰੂ ਸਾਹਿਬ ਨੇ ਕਿਉਂ ਦਿੱਤੀ? ਰਾਮ ਗਿਓ ਰਾਵਣ ਗਿਓ, ਕਿੱਥੇ ਕਲਯੁਗ ਦੀ ਗੱਲ ਤੇ ਕਿੱਥੇ ਮਹਾਰਾਜ ਨੇ ਤ੍ਰੇਤੇ ਯੁੱਗ ਦੀ ਗੱਲ ਕਰ ਦਿੱਤੀ। ਦੇਖੋ ਇਹ ਤ੍ਰੇਤੇ ਦੇ ਹੋਏ ਨਾ ਉਤਾਰ, ਰਾਮ ਜੀ ਵੀ ਤੇ ਰਾਵਣ ਜੀ। ਦੇਖੋ ਸਤਕਾਰ ਤੇ ਬੰਦਾ ਹੈ ਭਾਵੇਂ ਰਾਵਣ, ਠੀਕ ਹੈ ਮੱਤ ਮਰੀ ਗਈ, ਪਰਮਾਤਮਾ ਵੱਲੋਂ ਬਿਉਂਤ ਸੀ। ਹਰ ਆਪੇ ਭਰਮ ਭੁਲਾਇੰਦਾ, ਹਰ ਆਪੇ ਹੀ ਮੱਤ ਦੇ। ਜੇ ਮੱਤ ਸਾਨੂੰ ਦੇ ਰਿਹਾ ਤੇ ਪਰਮਾਤਮਾ ਹੀ ਤੇ ਦੇ ਰਿਹਾ ਨਾ। ਤੇ ਜੇ ਉਸ ਮੱਤ ਦੀ ਦੁਰਵਰਤੋਂ ਕਰ ਲਈਏ, ਅਹੰਕਾਰ ਲੈ ਆਈਏ, ਤੇ ਫਿਰ ਆਪੇ ਭਰਮ ਭੁਲਾਇੰਦਾ, ਫਿਰ ਭਰਮਾਂ ਵਿੱਚ ਹੀ ਪਾ ਦਿੰਦਾ ਉਹੀਓ। ਫਿਰ ਉਹੀਓ ਨਿਤਨੇਮ ਸਵੇਰੇ ਉੱਠਣ ਦਾ ਦਿਲ ਹੀ ਨਹੀਂ ਕਰਦਾ। ਕਿਉਂ? ਕਿਉਂਕਿ ਭਰਮ ਵਿੱਚ ਪੈ ਗਏ। ਅਸੀਂ 10 ਥਾਈਂ ਦੱਸ ਦਿੱਤਾ, ਮੈਂ ਸਵੇਰੇ ਉੱਠਣਾ, ਮੇਰੇ ਨਾਲ ਦਾ ਕੋਈ ਉੱਠ ਨਹੀਂ ਸਕਦਾ। ਮੈਂ ਬਾਣੀ ਪੜ੍ਹਨਾ, ਕੋਈ ਪੜ੍ਹ ਨਹੀਂ ਸਕਦਾ। ਮੈਂ ਕੀਰਤਨ ਕਰ ਲੈਣਾ, ਕੋਈ ਕਰ ਨਹੀਂ ਸਕਦਾ। ਮੈਂ ਕਥਾ ਕਰ ਲੈਣਾ, ਮੈਂ ਅਰਦਾਸ, ਉਹ ਮੈਂ ਉਹ ਕਹਿੰਦੇ ਨੇ ਸਾਰੀ ਜ਼ਿੰਦਗੀ ਬੰਦਾ, ਮੈਂ ਕਹਿੰਦਾ ਪੈਸਾ ਛੱਡਣਾ ਸੌਖਾ ਜੇ, ਘਰ ਬਾਹਰ ਛੱਡਣਾ ਸੌਖਾ ਜੇ, ਮੇਰੀ ਛੱਡਣੀ ਬੜੀ ਔਖੀ, ਬਹੁਤ ਔਖੀ ਜੇ। ਕਬੀਰ ਮਾਇਆ ਤਜੀ ਤੋਂ ਕਿਆ ਭਇਆ? ਜੇ ਮਾਇਆ ਤਜ ਲਈ ਤੇ ਕੀ ਹੋ ਗਿਆ? ਕਿਆ ਭਇਆ? ਜੋ ਮਾਨ ਤਜਿਆ ਨਹੀਂ ਜਾਏ, ਜੋ ਮਾਨ ਮੁਨੀ ਵਰ ਗਲੇ ਮਾਨ ਸਭੀ ਕੋ ਖਾਏ। ਇਹ ਵੱਡੇ ਵੱਡੇ ਮੁਨੀਆਂ ਨੂੰ ਖਾ ਗਿਆ ਜੀ। ਤੇ ਰਾਵਣ ਨੂੰ ਵੀ ਕਿਸ ਤਰ੍ਹਾਂ ਪਰਮਾਤਮਾ ਨੇ ਉਹਨੂੰ ਮਾਰਨਾ ਸੀ। ਲੰਕਾ ਸਾ ਕੋਟ ਸਮੁੰਦ ਸੀ ਖਾਈ। ਉਹਦੀ ਜਿਹੜੀ ਬਾਉਂਡਰੀ ਸੀ ਨਾ ਲੰਕਾ ਦੀ, ਸਮੁੰਦਰ ਜਿਤਨੀ ਖਾਈ ਸੀ, ਭਾਵ ਇਤਨੀ ਉਹਦੀ ਜਗ੍ਹਾ ਸੀ ਜਿਹੜੀ ਉਹਦੀ ਰੱਖਿਆ ਕਰਦੀ ਸੀ। ਤੇ ਰਾਵਣ ਘਰ ਖਬਰ ਨਾ ਪਾਈ। ਅੱਜ ਉਸ ਰਾਵਣ ਦੇ ਘਰ ਨਾ ਜਾਓ ਉਧਰ, ਤੇ ਜਗ੍ਹਾ ਇਹਦਾ ਨਹੀਂ ਪਤਾ। ਕਿਆ ਮੰਗੂ? ਦੇਖੋ ਸ਼ਬਦ ਕਿਤਨੇ ਦਿਲ ਨੂੰ ਛੂਹਣ ਵਾਲੇ ਨੇ। ਉਦਾਹਰਨ ਦੇਖੋ ਕਬੀਰ ਸਾਹਿਬ ਦੇ ਰਹੇ ਨੇ ਕਿ ਇੱਕ ਲੰਕਾ ਗੜ ਹੈਗਾ ਸੀ, ਲੰਕਾ ਕੋਟ ਸਮੁੰਦ ਸੀ ਖਾਈ, ਤੇ ਰਾਵਣ ਘਰ ਖਬਰ ਨਾ ਪਾਈ। ਉਹਦੇ ਘਰ ਕਿਸੇ ਨੇ ਖਬਰ ਨਹੀਂ ਪਾਈ। ਤੇ ਕਬੀਰ ਸਾਹਿਬ ਕਹਿੰਦੇ ਮੈਂ ਫਿਰ ਕੀ ਮੰਗਾ? ਜਦ ਉਹ ਚਲਾ ਗਿਆ ਤੇ ਉਹਦੀ ਅੱਜ ਕੋਈ ਪੁੱਛਣ ਵਾਲਾ ਨਹੀਂ, ਉਹਨੂੰ ਕੋਈ ਵੀ ਜਾਣਦਾ ਨਹੀਂ ਹੈ। ਉਹ ਕਿੱਥੇ ਉਹਦੀ ਲੰਕਾ ਸੀ, ਗੜ ਸੀ, ਕਿਸੇ ਨੂੰ ਪਤਾ ਹੀ ਨਹੀਂ। ਤੇ ਮਹਾਰਾਜ ਕਹਿੰਦੇ ਨੇ ਮੈਂ ਕਿਆ ਮੰਗੂ? ਕਿਛ ਥਿਰ ਨਾ ਰਾਈ ਦੇਖਤ ਨੈਣ ਚਲਿਓ ਜਗ ਜਾਈ। ਮੇਰੇ ਦੇਖਦਿਆਂ ਇਹ ਕਿੰਨਾ ਜਗ ਟੁਰ ਗਿਆ। ਸਾਡੀ ਉਮਰ 56 ਸਾਲ ਹੋ ਗਈ ਹੈ ਨਾ। ਮੈਂ ਆਪਣੇ ਵੇਖਦੇ ਵੱਡੇ ਵਡੇਰਿਆਂ ਨੂੰ ਕਿੰਨੇ ਆਪਣੇ ਹੱਥੀ ਅਸੀਂ ਨਾਲ ਜਾ ਕੇ ਸ਼ਮਸ਼ਾਨ ਘਾਟ ਵਿੱਚ ਫੂਕ ਆਏ। ਦੇਖਤ ਨੈਣ ਚਲਿਓ ਜਗ ਜਾਈ। ਮੈਨੂੰ ਦੇਖਦਿਆਂ ਨਾ ਅੱਖਾਂ ਨੇ ਕਿੰਨਿਆਂ ਨੂੰ ਅਸੀਂ ਤੋੜ ਆਇਆ। ਕੋਈ ਭਰਾ ਤੋੜ ਆਇਆ, ਕੋਈ ਪਿਓ ਤੋੜ ਆਇਆ, ਕੋਈ ਪੁੱਤਰ, ਕੋਈ ਦਾਦੇ ਪਰਦਾਦੇ, ਕਿੰਨਾ ਕੁਝ ਅਸੀਂ ਤੋੜ ਆਇਆ। ਦੇਖਤ ਨੈਣ ਚਲਿਓ ਜਗ ਜਾਈ। ਮਨਾ ਇੱਕ ਦਿਨ ਤੇਰੀ ਵੀ ਫੋਟੋ ਤੇਰੇ ਘਰ ਵਿੱਚ ਲੱਗਣੀ ਆ, ਲੱਗਣੀ ਹੈ ਨਾ। ਜਿੱਥੇ ਮੇਰੇ ਦਾਦੇ ਪਰਦਾਦੇ ਦੀ ਲੱਗੀ ਹੈ ਨਾ, ਉੱਥੇ ਮੇਰੀ ਵੀ ਲੱਗਣੀ ਹੈ। ਸਾਨੂੰ ਮੰਨ ਲਈਏ। ਉਹ ਨਾਨਕ ਫਿਰ ਕੱਛ ਨਹੀਂ। ਹੋ ਸਕਦਾ ਮੇਰੀ ਗੱਲ ਦਾ ਕਿਸੇ ਨੂੰ ਗੁੱਸਾ ਕੋਈ ਕਰ ਜਾਏ, ਪਰ ਮੈਂ ਨਹੀਂ ਕਹਿ ਰਿਹਾ। ਬਾਬੇ ਤੇਗ ਬਹਾਦਰ ਦੀ ਬਾਣੀ ਕਹਿ ਰਹੀ ਹੈ, ਕਹੋ ਨਾਨਕ ਫਿਰ ਕੱਛ ਨਹੀਂ। ਸੁਪਨੇ ਜਿਉ ਸੰਸਾਰ, ਸੁਪਨੇ ਨੂੰ ਕੋਈ ਸੱਚ ਮੰਨ ਲੇ ਤੇ ਫਿਰ ਉਹ ਸੁਪਨੇ ਦੇ ਵਿੱਚ ਤੇ ਫਿਰ ਉਹ ਮੂਰਖ ਹੀ ਮੰਨਿਆ ਜਾਏਗਾ ਨਾ। ਤੇ ਮੂਰਖ ਕੌਣ ਹੁੰਦਾ ਹੈ? ਤੁਸੀਂ ਰੋਡ ਤੇ ਜਾਓ ਨਾ, ਤੇ ਤੁਹਾਨੂੰ ਗੱਡੀ ਕਦੀ ਖਿਲਾਵੋ ਤੇ ਸਾਈਡ ਤੇ ਨਾ ਕੋਈ ਪਾਗਲ ਬੈਠੇ ਹੋਣਗੇ। ਉਹਨੇ ਬੜਾ ਵੱਡਾ ਚੋਲਾ ਪੜਾ ਹੋਏਗਾ, ਕੱਲ ਲਾਲ ਜੀ, ਉਹਨੇ ਕੋਈ ਪੱਟੀ ਬੰਨੀ ਹੋਏਗੀ, ਟੁੱਟੀ ਕੰਗੀ, ਡੱਬੇ, ਪਤਾ ਨਹੀਂ ਕੀ ਗੰਦ ਇਕੱਠਾ ਕੀਤਾ ਹੋਏਗਾ। ਅਸੀਂ ਉਹਨੂੰ ਕੀ ਕਹਿੰਦੇ ਆ? ਮੈਨੂੰ ਖਿਮਾ ਕਰ ਦੇਣਾ, ਕਹਿਣਾ ਨਹੀਂ ਚਾਹੀਦਾ, ਪਰ ਅਸੀਂ ਕੀ ਕਹਿੰਦੇ ਆ? ਇਹ ਪਾਗਲ ਹੈ, ਕਹਿ ਦਿੰਦੇ ਆ ਨਾ। ਮੈਂ ਆਪਣੀ ਗੱਲ ਕਰ ਰਿਹਾ, ਚਲੋ ਤੁਹਾਡੀ ਨਹੀਂ, ਸੰਗਤ ਦੀ ਨਹੀਂ ਮੈਂ ਕਹਿ ਸਕਦਾ। ਮੈਂ ਆਪਣੇ ਮਨ ਦੇ ਵਿਚਾਰ ਨਾਲ ਕਹਿ ਰਿਹਾ ਪਾਗਲ ਹਾਂ। ਅਰੇ ਦਰਅਸਲ ਕਦੀ ਅਸੀਂ ਸੋਚਿਆ ਹੀ ਨਹੀਂ। ਅਸੀਂ ਉਹਨੂੰ ਪਾਗਲ ਕਹਿ ਰਹੇ ਹਾਂ। ਅਸੀਂ ਕਹਿੰਦੇ ਹਾਂ ਚੀਜ਼ਾਂ ਦੀ ਮੁੱਲ ਨਹੀਂ ਹੈ,
ਦਵਾਤ ਪਈ ਏ, ਟੁੱਟੀ ਕੰਘੀ ਉਹਨੇ ਫੜੀ ਏ, ਮਾੜੀਆਂ ਚੀਜ਼ਾਂ ਉਹਨੇ ਫੜੀਆਂ ਜਿਹਦੀ ਕੋਡੀ ਮੁੱਲ ਨਹੀਂ ਹੈਗਾ, ਅਸੀਂ ਉਹਨੂੰ ਪਾਗਲ ਕਹਿ ਦਿੰਦੇ ਆ। ਤੇ ਜੇ ਅਸੀਂ ਵੀ ਇਸ ਸੰਸਾਰੀ ਖਿਡੌਣਿਆਂ ਨਾਲ, ਕਾਰਾਂ ਨਾਲ, ਇਹ ਘਰਾਂ ਦੇ ਨਾਲ, ਪਰਿਵਾਰਾਂ ਦੇ ਨਾਲ ਅਸੀਂ ਜੁੜੇ ਹਾਂ ਔਰ ਇਹਨੂੰ ਸੱਚ ਸਮਝ ਰਹੇ ਹਾਂ, ਤੇ ਅਸੀਂ ਮੂਰਖ ਨਾ ਹੋਏ? ਅਸੀਂ ਵੀ ਮੂਰਖ। ਸੁਪਨੇ ਜੋ ਸੰਸਾਰ, ਅਸੀਂ ਮੂਰਖ ਤੇ ਉਹਨੂੰ ਕਹਿਤਾ ਜਿਹਦੇ ਹੱਥ 'ਚ, ਜਿਹਨੂੰ ਇਸ ਸੰਸਾਰ ਦੀ ਮਾਇਕ ਪਦਾਰਥਾਂ ਦੀ ਸੋਝੀ ਨਹੀਂ, ਅਸੀਂ ਮੂਰਖ ਕਹਿ ਦਿੱਤਾ। ਤੇ ਸਾਨੂੰ ਤੇ ਸੋਝੀ ਹੋ ਕੇ ਵੀ ਅਸੀਂ ਚਮੜੇ ਹੋਏ ਆ। ਤੋ ਪਾਤਸ਼ਾਹ ਕਹਿੰਦੇ ਨੇ, ਕਿਆ ਮੰਗੂ ਇਹ ਥਿਰ ਨਾ ਰਹਾਈ, ਕੁਝ ਥਿਰ ਤੇ ਹੈ ਹੀ ਨਹੀਂ। ਦੇਖਤ ਨੈਣ ਚੱਲਿਓ ਜਗ ਜਾਈ, ਸਾਰਾ ਜਗ ਚਲਾ ਗਿਆ, ਮੇਰਾ ਤੇ ਖਾਨਦਾਨ ਸਾਰਾ ਚਲਾ ਗਿਆ, ਮੈਂ ਵੀ ਚਲੇ ਜਾਣਾ ਹੈ। ਹਕੀਕਤ ਨੂੰ ਸਵੀਕਾਰ ਕਰ ਲਈਏ, ਜਿਹਨੂੰ ਮੌਤ ਚੇਤੇ ਉਹਨੂੰ ਰੱਬ ਚੇਤੇ। 1 ਲੱਖ ਪੂਤ, 1.25 ਲੱਖ ਨਾਤੀ, ਨਾਤੀ ਨਹੀਂ ਵਾਹਿਗੁਰੂ, ਉਹਦਾ 1 ਲੱਖ ਪੁੱਤਰ ਸੀ ਰਾਵਣ ਦਾ। ਦੇਖੋ ਕਿੰਨਾ ਵੱਡਾ ਪਰਿਵਾਰ ਸੀ। 1.25 ਲੱਖ ਨਾਤੀ, ਉਹਦੇ ਪੋਤੇ ਪੋਤੀਆਂ, ਪੁੱਤਰਾਂ ਤੋਂ ਕੇ ਪੋਤੇ ਪੋਤਰੀਆਂ 1.25 ਲੱਖ ਹੋ ਗਏ। ਤੇ ਰਾਵਣ ਘਰ ਦੀਆ ਨਾ ਬਾਤੀ। ਦੇਖੋ ਉਸ ਰਾਵਣ ਦਾ ਇੰਨਾ ਵੱਡਾ ਪਰਿਵਾਰ ਹੁੰਦਿਆਂ ਹੋਇਆਂ ਵੀ ਉਹਦੇ ਘਰ ਅੱਜ ਕੋਈ ਦੀਆ ਬੱਤੀ ਜਲਾਉਣ ਵਾਲਾ ਨਹੀਂ ਜੇ। ਗੁਰਮਤ ਚੰਦ ਸੂਰਜ ਜਾਤੇ ਤਪਤ ਰਸੋਈ, ਉਹਦੀ ਰਸੋਈ ਪਤਾ ਕੌਣ ਚਲਾਉਂਦਾ ਸੀ? ਚੰਦ ਤੇ ਸੂਰਜ। ਬੈਸੰਤਰ ਜਾ ਕੇ ਕੱਪੜੇ ਧੋਈ, ਉਹਦੇ ਘਰ ਨਾ ਅੱਗ ਦੇਵਤਾ ਕਹਿ ਲੋ, ਕਿਉਂਕਿ ਦੇਵਤਾ ਉਹੀ ਹੈ ਜਿਹੜਾ ਸਾਨੂੰ ਕੁਝ ਦਿੰਦਾ ਹੈ, ਪਰ ਉਹ ਵੀ ਪਰਮਾਤਮਾ ਵੱਲੋਂ। ਦੇਵਤਾ ਉਹ ਹੈ ਜੋ ਪਰਮਾਤਮਾ ਹੀ ਸਭ ਨੂੰ ਦੇ ਰਿਹਾ ਤੇ ਉਹ ਅੱਗੇ ਵੰਡ ਰਿਹਾ ਹੈ, ਪਰ ਅਸੀਂ ਉਹਨੂੰ ਦੇਵਤਾ ਤਾਂ ਕਹਿੰਦੇ ਹਾਂ ਕਿ ਉਹਨੀ ਡਿਊਟੀ ਲੱਗੀ, ਉਹਦੀ ਅੱਗਾਂ ਬਲੀਆਂ ਹੀ ਰਹਿੰਦੀਆਂ ਸੀ, ਕਿਉਂਕਿ ਇੰਨਾ ਪਰਿਵਾਰ ਸੀ। ਤੇ ਅੱਗਾਂ ਦੇ ਅੰਦਰ ਉਹ ਲੋਹਾਂ ਵੀ ਬੰਦਲੀਆਂ ਸੀ ਤੇ ਨਾਲ ਕੱਪੜੇ ਵੀ ਧੋਂਦੇ ਰਹਿੰਦੇ ਸਨ ਉੱਥੇ ਸਾਰੇ। ਅੱਗ ਆਪ ਉੱਥੇ ਕੱਪੜੇ ਧੋਂਦੀ ਸੀ, ਇੰਨਾ ਵੱਡਾ ਉਹਦਾ ਪਰਿਵਾਰ ਸੀ। ਗੁਰਮਤ ਰਾਮੇ ਨਾਮ ਬਸਾਈ। ਕਬੀਰ ਸਾਹਿਬ ਕਹਿੰਦੇ, ਮੈਂ ਗੁਰੂ ਦੀ ਮੱਤ ਲੈ ਕੇ ਨਾ ਹਿਰਦੇ ਦੇ ਵਿੱਚ ਨਾਮ ਵਸਾ ਲਿਆ, ਅਸਥਿਰ ਰਹੇ ਨਾ ਕਤਹੂ ਜਾਈ। ਹੁਣ ਉਹ ਆਤਮਕ ਅਡੋਲ ਵਿੱਚ ਅਵਸਥਾ ਵਿੱਚ ਮੈਂ ਆ ਗਿਆ, ਹੁਣ ਮੈਂ ਇੱਧਰ ਉੱਧਰ ਨਹੀਂ ਭੱਜਦਾ। ਤੋ ਇਸ ਕਰਕੇ ਪਾਤਸ਼ਾਹ ਅੱਜ ਬਖਸ਼ਿਸ਼ ਕਰ ਰਹੇ ਨੇ, ਰਾਮ ਗਿਓ ਰਾਵਣ ਗਿਓ ਜਾਕੋ ਬੋ ਪਰਿਵਾਰ। ਬਈ ਰਾਮ ਵੀ ਚਲੇ ਗਏ, ਵੱਡੇ ਵੱਡੇ ਦਾਨੀ ਪੁਰਸ਼, ਰਾਵਣ ਵਰਗੇ ਵੀ ਇਤਨੇ ਗ੍ਰੰਥਾਂ ਦੇ ਗਿਆਤਾ, ਸੂਝਵਾਨ, ਬੁੱਧੀਜਨ, ਉਹ ਵੀ ਚਲੇ ਗਏ, ਜਿਹਦਾ ਬੜਾ ਵੱਡਾ ਪਰਿਵਾਰ ਸੀ। ਰਾਮ ਗਿਓ ਰਾਵਣ ਗਿਓ ਜਾਕੋ ਬੋ ਪਰਿਵਾਰ, ਬਹੁਤ ਵੱਡਾ ਪਰਿਵਾਰ ਸੀ। ਉਹ ਨਾਨਕ ਪਾਤਸ਼ਾਹ ਕਹਿੰਦੇ ਨੇ ਗੁਰੂ ਤੇਗ ਬਹਾਦਰ ਦੇ ਰੂਪ ਵਿੱਚ, ਥਿਰ ਕੱਛ ਨਹੀਂ, ਕਿਛ ਵੀ ਥਿਰ ਨਹੀਂ ਹੈ। ਸੁਪਨੇ ਜੋ ਸੰਸਾਰ, ਸੁਪਨੇ, ਸਾਰਾ ਸੰਸਾਰ ਸੁਪਨਾ ਹੈ। ਮੈਂ ਇਹੀ ਬੇਨਤੀ ਕਰਾਂਗਾ, ਅਸੀਂ ਹੁਣ ਸੁਪਨੇ ਦੇਖਣੇ ਬੰਦ ਕਰ, ਅਸੀਂ ਰੱਬ ਨੂੰ ਯਾਦ ਕਰੀਏ। ਕਿਸੇ ਟਾਈਮ ਵੀ ਬੁਲਾਰਾ ਆ ਜਾਏ, ਅਬ ਤੋਂ ਕਾਲ ਪਹੁੰਚਿਓ ਆਨ, ਪਤਾ ਨਹੀਂ ਕਦੋਂ ਹੀ ਕਾਲ ਕਦੋਂ ਆ ਜਾਵੇ, ਕੋਈ ਪਤਾ ਨਹੀਂ। ਤੂੰ ਕੱਲ ਤੇ ਨਾ ਰਹਿ, ਤੂੰ ਹੁਣੇ ਹੀ ਤਿਆਰੀ ਕਰ ਲੈ। ਸੋ ਐਸੇ ਦੀਨ ਦਿਆਲ ਸਤਿਗੁਰੂ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ ਕੀਮਤੀ ਬੋਲ ਸਾਡੇ ਝੋਲੀ ਵਿੱਚ ਪਾਏ ਨੇ। ਮਹਾਰਾਜ ਕਿਰਪਾ ਕਰਨ, ਸਾਨੂੰ ਇਹ ਗਿਆਨ ਹੋ ਜਾਏ, ਇਸ ਸੰਸਾਰ ਨੂੰ ਸੁਪਨੇ ਦੇ ਨਿਆਈ ਸਮਝ ਕੇ, ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ, ਮੀਤ ਵਾਲੀ ਬਖਸ਼ਿਸ਼ ਸਾਨੂੰ ਪ੍ਰਾਪਤ ਹੋ ਜਾਏ। ਤੇ ਅਸੀਂ ਜਿਹੜੇ ਕਾਰਜ ਸਵਾਰਨ ਆਏ ਹਾਂ, ਮਨ ਗੁਰ ਮਿਲ ਕਾਜ ਸਵਾਰੇ, ਅਸੀਂ ਗੁਰੂ ਨਾਲ ਮਿਲ ਕੇ ਉਹ ਕਾਰਜ ਸਵਾਰ ਕੇ ਜਾਈਏ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲਾ ਹੋ ਜਾਏ। ਸਾਰੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ, ਵੀਰ ਜੀ ਦਾ ਧੰਨਵਾਦ। ਅੱਜ 11 ਤੋਂ 12 ਵੀਰ ਤਿਲਕਜੀਤ ਸਿੰਘ ਖੁਰਾਨਾ ਜੀ ਤੇ ਵੀ ਉਹਨਾਂ ਵੱਲੋਂ ਵੀ ਹੁਕਮ ਹੋਇਆ ਹੈ ਕਿ 11 ਤੋਂ 12 ਉੱਥੇ ਵੀ ਹਾਜ਼ਰੀ ਹੈ। ਮੈਂ ਸੋਚ ਰਿਹਾ ਕਿ ਇਹ ਟੌਪਿਕ ਮੇਰਾ ਹਲੇ ਪੂਰਾ ਨਹੀਂ ਹੋਇਆ, ਮੇਰੀ ਪਿਆਸ ਇਸ ਟੌਪਿਕ ਵਿੱਚ ਹਲੇ ਪੂਰੀ ਨਹੀਂ ਬੁੱਝੀ, ਮੈਂ ਇਸ ਨੂੰ ਹੋਰ ਕੰਟੀਨਿਊ ਕਰਕੇ ਟਾਈਮ ਲੈ ਸਕਦੇ ਹੋ ਥੋੜਾ ਜਿਹਾ। ਅੱਜ ਤਾਂ ਲੋਕਡਾਊਨ ਹੈ, ਬੰਦ ਹੈਗਾ, ਥੋੜਾ ਟਾਈਮ ਲੈ ਸਕਦੇ ਹੋ। ਤੇ ਮੇਰਾ ਤਾਂ ਦਿਲ ਸੀ ਬਈ ਇਸ ਨੂੰ ਦੇਖੋ, ਗੁਰਬਾਣੀ ਦੇ ਨਾਲ ਬਹੁਤ ਸ਼ਬਦ ਟੱਚ ਹੁੰਦੇ ਨੇ,
ਜਦੋਂ ਟੱਚ ਕਰੀਏਗਾ ਨਾ ਤੇ ਉਹਦਾ ਫਿਰ ਆਨੰਦ ਹੋਰ ਹੀ ਬੰਦਾ ਜਾਂਦਾ ਹੈ। ਲਾਓ ਜਾਓ ਪਲੀਜ਼, ਲਾਓ ਤੋ ਦੇਖੋ, ਸਾਨੂੰ ਇਹ ਵਿਚਾਰ ਅਸੀਂ ਮਨ ਵਿੱਚ ਲਿਆਣਾ ਹੈ, ਅਸੀਂ ਇੱਥੋਂ ਟੁਰ ਜਾਣਾ ਹੈ। ਸਭਨਾ ਮਰਨਾ ਆਇਆ, ਵਿਛੋੜਾ ਸਭਨਾ, ਵਿਛੋੜਾ ਸਭਨਾ। ਦੇਖੋ, ਸਾਰਿਆਂ ਦਾ ਮਰਨਾ ਆਣਾ ਹੈ, ਪਰ ਇਹ ਨਹੀਂ ਪਤਾ ਕਿਹਦਾ ਕਿਸ ਵੇਲੇ, ਕਦੋਂ, ਕਿੱਥੇ ਮੌਤ ਹੋ ਜਾਣੀ ਹੈ। ਪਤਾ ਹੈ ਮੈਨੂੰ? ਦੱਸੋ, ਕਿਸੇ ਨੂੰ ਨਹੀਂ ਪਤਾ। ਕਿਆ ਜਾਣਾ ਕਿਉਂ ਮरेंगे, कैसा मरना होए, पता नहीं किस तरह का साडा मरना होएगा। जेकर साहिब मनो ना विसरे, मन गुरु मिल काज सवारे। जदों गुरु ना मिल के काज सवारोगे ना, क्या जाना की पता कित्थे मौत होनी, क्यों मरेंगे, कैसा मरना होए। जेकर साहिब मनो ना विसरे ਤਾਂ ਸਹਿਲਾ ਮਰਨਾ। ਜੇਕਰ ਪਰਮਾਤਮਾ ਸਾਡੇ ਅੰਦਰੋਂ ਨਾ ਵਿਸਰੇ ਨਾ, ਤੇ ਸਾਡਾ ਮਰਨਾ ਵੀ ਹੈ ਨਾ, ਉਹ ਸੁਖੇਲਾ ਹੋ ਜਾਏਗਾ। ਸਭਨਾ ਸੋਹਰੇ ਵੰਜਨਾ, ਸਭ ਮੁਕਲਾਵਣ ਹਾਰ। ਦੇਖੋ, ਅਸੀਂ ਪੇਕੇ ਘਰ ਹੀ ਚ ਆਏ ਹੋਏ, ਇਹ ਪੇਕਾ ਘਰ ਹੈ ਸਾਡਾ। ਹੁਣ ਇੱਕ ਬੱਚੀ ਵਿਆਹੀ ਜਾ ਕੇ ਕਿੱਥੇ ਜਾਂਦੀ? ਸੋਹਰੇ ਘਰ ਜਾਂਦੀ ਹੈ ਨਾ। ਸਾਡੀ ਮੌਤ ਹੋਣੀ ਹੈ ਨਾ, ਤੇ ਅਸੀਂ ਪਰਮਾਤਮਾ ਦੇ ਉਸ ਸੋਹਰੇ ਦੇ ਘਰ ਜਾਣਾ ਹੈ। ਤੇ ਉਹਦੇ ਵਾਸਤੇ ਸਿਆਣੀ ਮਾਂ ਜਿਹੜੀ ਹੁੰਦੀ ਹੈ, ਆਪਣੀ ਬੱਚੀ ਨੂੰ ਪੇਕੇ ਭੇਜਣ ਵਾਸਤੇ ਕੀ ਕਰਦੀ ਹੈ? ਉਹਨੂੰ ਉਸ ਸੋਹਰੇ ਦੇ ਘਰ ਦੇ ਵਾਸਤੇ ਗੁਣ ਸਿਖਾਉਂਦੀ ਹੈ, ਕਿਉਂਕਿ ਉਹਦਾ ਮੁਕਲਾਵਾ ਕਰਨਾ ਹੈ। ਵਿਆਹ ਤੋਂ ਬਾਅਦ ਮੁਕਲਾਵਾ ਹੁੰਦਾ ਹੈ ਨਾ, ਤੇ ਉਹ ਕਰਨਾ ਹੈ ਉਸਨੇ। ਉਹਨੂੰ ਪਤਾ ਹੈ ਮਾਂ ਨੂੰ, ਇਸ ਬੱਚੀ ਨੂੰ ਉਹ ਗੁਣ ਦੇਣੇ ਨੇ ਜਿਹੜੀ ਸੁਚੱਜੀ ਮਾਂ ਹੈ, ਕੁਚੱਜੀ ਨਹੀਂ। ਅੱਜ ਕੱਲ ਤੇ ਕੁਛ ਐਸੀ ਵੀ ਮਾਵਾਂ ਨੇ ਜਿਹੜੀਆਂ ਭੈੜੀ ਮੱਤ ਦਿੰਦੀਆਂ ਨੇ, ਬਾਈ ਨਹੀਂ ਉੱਥੇ ਕੋਈ ਕੰਮ ਨਹੀਂ ਕਰਨਾ, ਉੱਥੇ ਨਹੀਂ ਭਾਈ। ਚੰਗੀ ਮਾਂ ਤੇ ਕਹੇਗੀ, ਜੇ ਤੂੰ ਉੱਥੋਂ ਕੋਈ ਲੜ ਕੇ ਵੀ ਆਈ ਹੈ ਨਾ, ਉਸੇ ਪੈਰੀ ਵਾਪਸ ਚੱਲ। ਸਾਡੇ ਨਾਨਾ ਜੀ ਕਹਿੰਦੇ ਸਨ, ਸਾਡੀ ਮੰਮੀ ਨੂੰ ਜਦੋਂ ਵੀ ਜਾਣਾ ਆਪਣੇ ਪੇਕੇ, ਮੰਮੀ ਨੇ ਸਾਡੀ ਨਾਨਾ ਜੀ ਦੇ ਆਪਣੇ ਫਾਦਰ ਦੇ ਘਰ, ਮੈਂ ਛੋਟਾ ਹੁੰਦਾ ਸੀ, ਮੈਨੂੰ ਯਾਦ ਹੈ, ਮੈਂ ਇੱਕ ਵਾਰੀ ਨਾਲ ਗਏ ਤੇ ਨਰਿੰਦਰ ਕੌਰ ਨਾਮ ਸੀ, ਤੇ ਸਾਡੇ ਨਾਨਾ ਜੀ ਕਹਿੰਦੇ ਨੇ, ਨਰਿੰਦਰ ਕੌਰ ਜੀ ਇਹ ਦੱਸੋ, ਆਏ ਤੇ ਹੈ ਉਹ ਸਭ ਸੁੱਖ ਹੈ? ਕਹਿੰਦੇ ਹਾਂ ਸੁੱਖ ਹੈ। ਕਹਿੰਦੇ ਜੇ ਤੇ ਲੜ ਕੇ ਆਏ ਹੋ ਤੇ ਉਸੇ ਪੈਰੀ ਵਾਪਿਸ ਚਲੇ ਜਾਓ, ਇੱਥੇ ਦਰਵਾਜ਼ੇ ਬੰਦ ਨੇ। ਤੇ ਜੇ ਸੁੱਖ ਸ਼ਾਂਤੀ ਸਭ ਪਰਿਵਾਰ ਠੀਕ ਹੈ, ਮੌਜ ਮਸਤੀ ਪਰਿਵਾਰ ਵਿੱਚ ਆਏ ਹੋ, ਲੈਣ ਇੱਥੇ ਰਹਿਣ ਆਏ ਹੋ, ਤੇ ਜੀ ਆਇਆਂ ਨੂੰ। ਤਾਂ ਬਜ਼ੁਰਗਾਂ ਦੀ ਗੱਲ ਚੰਗੀ ਲੱਗਦੀ। ਅੱਜ ਬਹੁਤ ਤਮਾਮ ਘਰ ਸਾਡੇ ਵਿਗੜੇ ਹੋਏ ਨੇ, ਮੈਨੂੰ ਖਿਮਾ ਕਰ ਦੇਣਾ। ਉਹਨਾਂ ਵਿੱਚ ਕਸੂਰ ਹੈ ਮਾਤਾਵਾਂ ਤੇ ਪਿਤਾ ਦਾ। ਪਿਤਾ ਦਾ ਘੱਟ ਹੈ, ਮਾਤਾ ਦਾ ਜ਼ਿਆਦਾ, ਖਿਮਾ ਕਰ ਦੇਣਾ ਮੈਨੂੰ। ਅੱਛੀ ਮਾਂ ਗੁਰਮਤ ਦੀ ਸਿੱਖਿਆ ਦੇਗੀ। ਅੱਜ ਸਭ ਤੋਂ ਵੱਡੀ ਦੁਖਤ ਦੀ ਗੱਲ ਪਤਾ ਕੀ? ਦੇਖੋ, ਗੱਲ ਚੱਲੀ ਹੈ ਤੇ ਮੈਂ ਤਾਂ ਸਾਂਝ ਕਰ ਰਿਹਾ। ਵਿਰਧ ਆਸ਼ਰਮ ਖੋਲਨੇ ਠੀਕ ਨੇ, ਅੱਛੀ ਗੱਲ ਹੈ, ਬੜੇ ਧਿਆਨ ਨਾਲ ਸਰਵਨ ਕਰਨਾ। ਪਰ ਵਿਰਧ ਆਸ਼ਰਮ ਵਿੱਚ ਜੇ ਕੋਈ ਗੁਰੂ ਨਾਨਕ ਦੇ ਸਿੱਖ ਦੀ ਮਾਂ ਉਹਦੇ ਵਿੱਚ ਹੋਵੇ ਤੇ ਸਭ ਤੋਂ ਭੈੜੀ ਗੱਲ ਜੀ। ਮੈਂ ਬੜੇ ਦੁਖਿਤ ਹਿਰਦੇ ਨਾਲ ਕਹਿ ਰਿਹਾ, ਭਾਵੇਂ ਅਸੀਂ ਅੰਮ੍ਰਿਤ ਵੇਲੇ ਜਾਗੀਏ, ਜਿਤਨਾ ਮਰਜ਼ੀ ਕੀਰਤਨ ਕਰ ਲਈਏ, ਸੰਗਤ ਕਰ ਲਈਏ, ਜੇ ਮਾਤਾ ਪਿਤਾ ਇੱਕ ਸਿੱਖ ਦੇ ਵਿਰਧ ਆਸ਼ਰਮ ਵਿੱਚ ਪਏ ਨੇ ਨਾ, ਤੇ ਸਮਝ ਲੈਣਾ ਇਸ ਤੋਂ ਮੰਦਹੀਨ ਬੰਦਾ ਕੋਈ ਨਹੀਂ ਹੋਏਗਾ। ਮੈਨੂੰ ਖਿਮਾ ਕਰ ਦੇਣਾ, ਮੇਰੇ ਅੱਖਰ, ਮੇਰੇ ਬੋਲ ਮਾੜੇ। ਮੈਂ ਇੱਕ ਘਟਨਾ ਪੜ੍ਹ ਰਿਹਾ ਸੀ ਕੱਲ ਪਰਸੋਂ। ਇੱਕ ਬੁੱਢੀ ਮਾਈ ਸ਼ਾਹਬਾਦ ਮਾਰਕੰਡਾ ਵੱਡੇ ਗੁਰਦੁਆਰੇ ਦੇ ਵਿੱਚ ਸੇਵਾ ਕਰਦੀ ਹੈ, ਬੜੀ ਬਜ਼ੁਰਗ ਹੈ, ਸਹਿਜਧਾਰੀ ਪਰਿਵਾਰ ਹੈ।
ਸਿੱਖਿਆ ਅਸੀਂ ਕੀ ਲੈ ਰਹੇ ਹਾਂ? ਮੈਂ ਪਹਿਲਾਂ ਕਿਹਾ ਸਭਨਾ ਮਰਨਾ ਆਇਆ, ਵਿਛੋੜਾ ਸਭਨਾ। ਸਭ ਨੇ ਸੋਹਰੇ ਘਰ ਜਾਣਾ ਹੈ, ਸਭਨਾ ਸੋਹਰੇ ਵੰਜਣਾ, ਸਭ ਮੁਕਲਾਵਣ ਹਾਰ। ਤੇ ਉਹ ਰੋਜ਼ ਸੇਵਾ ਕਰੇ, ਬੜੀ ਬਜ਼ੁਰਗ ਸੀ। ਇੱਕ ਦਿਨ ਗਰੰਤੀ ਸਿੰਘ ਨੇ ਪੁੱਛ ਲਿਆ, ਭਾਈ ਤੁਹਾਡਾ ਕੋਈ ਮਾਤਾ ਜੀ ਤੁਹਾਡਾ ਕੋਈ ਆਪਣਾ ਨਹੀਂ ਹੈ? ਰੋ ਕੇ ਕਹਿੰਦੀ, ਮੇਰੇ 2 ਪੁੱਤਰ ਨੇ, ਮੈਂ ਪੜ ਰਿਹਾ ਸੀ ਤੇ ਮੈਂ ਤੁਹਾਡੇ ਨਾਲ ਸਾਂਝ ਕਰ ਰਿਹਾ। ਅਸੀਂ ਸਮਝਦੇ ਅਸੀਂ ਮਰਨਾ ਹੀ ਨਹੀਂ ਹੈ, ਅਸੀਂ ਬਜ਼ੁਰਗ ਹੋਣਾ ਹੀ ਨਹੀਂ ਹੈ। ਸਾਡੀਆਂ ਨੂੰਹਾਂ ਧੀਆਂ ਭੈਣਾਂ ਅਸੀਂ ਸਮਝਦੇ ਹੀ ਨਹੀਂ ਹੈ ਕਿ ਅਸੀਂ ਬਜ਼ੁਰਗ ਹੋਣਾ। ਜੇ ਮੇਰੀ ਹਾਲਤ ਉਹ ਵਜੀ ਹੋਏਗੀ ਤੇ ਅੱਗੋਂ ਫਿਰ ਬੱਚਿਆਂ ਦੀ ਕਿਹੋ ਜਿਹੀ ਹੋਏਗੀ? ਇਹ ਅਸੀਂ ਸਭ ਆਪਣੇ ਤੇ ਝੁਕਾਈਏ। ਜੇ ਮੈਂ ਆਪਣੇ ਮਾਤਾ ਪਿਤਾ ਨਾਲ ਐਵੇਂ ਕੀਤਾ ਤੇ ਮੇਰੀ ਕੀ ਹਾਲਤ ਹੋਏਗੀ? ਮੈਂ ਬਜ਼ੁਰਗ ਨਹੀਂ ਹੋਣਾ। ਕੋਈ ਆਪਣੇ ਪਿਤਾ ਨੂੰ ਨਾ ਚੁੱਕ ਕੇ ਤੰਗ ਆ ਕੇ ਤੇ ਨਦੀ ਵਿੱਚ ਸੁੱਟਣ ਜਾ ਰਿਹਾ ਸੀ, ਤੇ ਵਿੱਚ ਲੈ ਗਿਆ ਤੇ ਸੁੱਟਣ ਲਗਾ ਨਦੀ ਵਿੱਚ, ਤੇ ਪਿਓ ਕਹਿੰਦਾ, ਪੁੱਤਰ ਇੱਥੇ ਨਾ ਸੱਟੀ। ਕਹਿੰਦਾ, ਕਿਉਂ ਬੇਟਾ? ਪੁੱਤਰ ਕਹਿੰਦਾ, ਕਿਉਂ ਪਿਤਾ ਜੀ, ਕਿਉਂ ਨਾ ਸੁੱਟਾਂ ਇੱਥੇ? ਕਹਿੰਦਾ, ਇੱਥੇ ਮੈਂ ਆਪਣੇ ਪਿਓ ਨੂੰ ਸੁੱਟਿਆ। ਸੋ ਜਿਹਾ ਬੀਜੇ ਸੋ ਲੂਣੇ, ਕਰਮਾ ਸੰਦੜਾ ਖੇਤ। ਇਹਦੇ ਵਿੱਚ ਜਿਹੜਾ ਬੀਜੇਗਾ ਨਾ ਉਹੀ ਪ੍ਰਾਪਤ ਹੋਣਾ। ਕਿੱਕਰ ਬੋ ਕੇ ਫਰੀਦਾ ਲੋੜੇ ਦਾਖ ਬਿਜੋਰੀਆਂ, ਕਿੱਕੜ ਬੀਜੇ ਜੱਟ ਹੰਡੇ ਹੁੰਡ ਕਟਾਇੰਦਾ, ਪੈਂਦਾ ਲੋੜੇ ਪੱਟ। ਕਿੱਕੜ ਬੀਜ ਕੇ ਤੇ ਬਿਜੋੜ ਦੀਆਂ ਮਿੱਠੀਆਂ ਦਾਗਾਂ, ਅੰਗੂਰ ਦੀ ਚਾਹਤ ਰੱਖ ਰਹੇ, ਕਦਾਚਿਤ ਨਹੀਂ। ਤੇ ਉਹ ਮਾਤਾ ਨੇ ਕਿਹਾ, ਮੇਰੇ 2 ਪੁੱਤਰ ਨੇ, ਰੋ ਪਈ, ਔਰ ਵੱਡੀਆਂ ਕੋਠੀਆਂ ਨੇ ਉਹਨਾਂ ਕੋਲ। ਮੈਂ ਕਹਿੰਦਾ, ਲੱਖ ਲਾਨਤ। ਮੇਰੇ ਅੱਖਰ ਕਈ ਵਾਰੀ ਨਾ ਬੜੇ, ਮੈਂ ਕਥਾ ਵਿੱਚ ਕਈ ਵਾਰੀ ਕਹਿ ਦਿੰਦਾ ਤੇ ਉਹ ਵੀਰ ਜੀ ਕਹਿੰਦੇ ਤੁਸੀਂ ਬੜੇ ਹਲਕੇ। ਮੈਂ ਕਿਹਾ, ਨਹੀਂ ਦੇਖੋ, ਮਾਂ ਬਾਪ ਬੱਚਿਆਂ ਨੂੰ ਪਾਲਦੇ ਰਹੇ, ਉਹਨਾਂ ਨੂੰ ਕੁਝ ਹੋ ਜਾਏ ਨਾ ਤੇ ਸਾਰੀ ਰਾਤ ਮਾਂ ਪਿਤਾ, ਦੇਖੋ ਬੁਖਾਰ ਵੀ ਹੋਏ ਨਾ ਬੱਚੇ ਨੂੰ, ਸਾਰੀ ਰਾਤ ਮਾਤਾ ਪਿਤਾ ਸੌਂਦੇ ਨਹੀਂ। ਸਹੀ ਗੱਲ ਹੈ, ਤੁਹਾਡੇ ਵੀ ਬੱਚੇ ਹੋਣਗੇ ਜਿਹੜੇ ਵੱਡੇ ਨੇ, ਔਰ ਮੈਂ ਸੱਚ ਕਹਿ ਰਿਹਾ, ਜੇ ਕਿਸੇ ਬੱਚੇ ਨੂੰ ਕੁਝ ਹੋਇਆ ਹੋਵੇ, ਉਹ ਮਾਤਾ ਪਿਤਾ ਨੂੰ ਵਾਹਿਗੁਰੂ ਹੋਇਆ ਹੋਵੇ, ਤੇ ਬੱਚਾ ਕੋਈ ਰਾਤ ਜਾਗੇਗਾ? ਮੈਂ ਕਦੀ ਬਹੁਤ ਘੱਟ ਜਾਗਦੇ ਵੇਖਿਆ। ਔਰ ਮਾਂ ਦਾ ਤਾਂ ਦਿਲ ਐਸਾ ਵੇ, ਇੱਕ ਚਪੇਟ ਵੀ ਬੱਚੇ ਨੂੰ ਮਾਰ ਦੇਵੇ ਨਾ ਤੇ ਉਹ ਆਪ ਪਰੇਸ਼ਾਨ ਹੁੰਦੀ ਹੈ, ਭਾਵੇਂ ਬੱਚਾ ਰਾਤੀ ਸੋ ਜਾਂਦਾ, ਮਾਂ ਉਸ ਆਪ, ਹਾਲਾਂਕਿ ਮਮਤਾ ਦੀ ਚਾਂਡੇ, ਪ੍ਰੇਮ ਦੀ ਚਾਂਡੇ ਮਾਰੀਏ, ਪਰ ਉਸ ਨੂੰ ਉਹਦਾ ਮਲਾਲ ਹੁੰਦਾ ਤੇ ਉਹ ਸਾਰੀ ਰਾਤ, ਬੱਚਾ ਆਰਾਮ ਨਾਲ ਸੁੱਤਾ ਹੁੰਦਾ ਪਰ ਮਾਂ ਨਹੀਂ ਸੌਂਦੀ। ਕਿਉਂ? ਕਿਉਂਕਿ ਮਾਂ ਦੀਆਂ ਆਂਦਰਾਂ ਨੇ। ਕਿਉਂ ਅਸੀਂ ਵੱਡੇ ਹੋ ਕੇ, ਕਿਉਂ ਅਸੀਂ ਸ਼ਾਦੀ ਹੋ ਕੇ ਅਸੀਂ ਮਾਂ ਪਿਓ ਤੋਂ ਵਿਛੜ ਜਾਂਦੇ ਹਾਂ? ਸਾਨੂੰ ਇਹ ਪੰਕਤੀਆਂ ਯਾਦ ਨਹੀਂ, ਕੋ ਨਾਨਕ ਫਿਰ ਕੱਛ ਨਹੀਂ, ਸੁਪਨੇ ਜਿਉਂ ਸੰਸਾਰ। ਤੇ ਰੋ ਪਈ, ਕਹਿਣ ਲੱਗੀ, 2 ਬੇਟੇ ਨੇ, ਕਹਿੰਦੇ ਕਾਰਾਂ ਨੇ, ਵੱਡੀਆਂ ਕੋਠੀਆਂ ਨੇ। ਕਹਿੰਦਾ, ਹਾਂ, ਮੈਂ ਇੱਕ ਗੱਲ ਮੈਨੂੰ ਯਾਦ ਆਈ। ਗਰੰਤੀ ਸਿੰਘ ਕਹਿੰਦੇ ਨੇ, ਕਹਿੰਦੇ 2 ਸਰੀਰ ਤੁਹਾਡੇ ਕੋਲੋਂ ਹਰ ਮਹੀਨੇ ਆਉਂਦੇ ਨੇ, ਤੋਂ 5, 7, 10 ਮਿੰਟ ਬੈਠਦੇ ਨੇ ਤੇ ਫਿਰ ਚਲੇ ਜਾਂਦੇ ਨੇ। ਮਾਤਾ ਦੱਸੋ ਇਹ ਕੌਣ ਨੇ? ਕਹਿੰਦੀ, ਦਰਅਸਲ ਉਹੀ 2 ਪੁੱਤਰ ਨੇ ਮੇਰੇ। ਤੇ ਕੀ ਕਰਨ ਆਉਂਦੇ ਨੇ 5 ਮਿੰਟ ਵਾਸਤੇ? ਕਹਿੰਦੇ ਨੇ, ਮੇਰੀ ਨਾ ਪੈਨਸ਼ਨ ਲੱਗੀ ਹੈ ਤੇ ਉਹ ਮੇਰੇ ਚੈੱਕ ਤੇ ਸਾਈਨ ਕਰਾਉਣਾ ਹੁੰਦਾ। ਦੇਖੋ, ਹੱਦ ਹੋ ਗਈ ਹੈ। ਮੈਂ ਉਹ ਸੁਣ ਕੇ ਗੱਲ, ਮੇਰੇ ਅੱਖਾਂ 'ਚੋਂ ਹੰਝੂ ਆ ਗਏ। ਮੈਂ ਕਿਹਾ, ਸਾਡੀ ਸੋਚ ਕੈਸੀ ਬਣ ਗਈ ਹੈ? ਅਸੀਂ ਐਸਾ ਸੋਚ ਲਿਆ ਕਿ ਅਸੀਂ ਮਰਨਾ ਹੀ ਨਹੀਂ ਹੈ। ਹੱਦ ਹੋ ਗਈ ਹੈ। ਤੇ ਪਾਤਸ਼ਾਹ ਦੇ ਕਹਿੰਦੇ ਨੇ, ਸਭਨਾ ਮਰਨਾ ਆਇਆ, ਵਿਛੋੜਾ ਸਭਨਾ। ਭਾਈ ਸਾਰਿਆਂ ਦਾ ਮਰਨਾ ਆਣਾ ਹੀ, ਵਿਛੋੜਾ ਸਾਡਾ ਸਭਨਾ ਦਾ ਹੋਣਾ ਹੀ। ਸਭਨਾ ਸੋਰੇ ਵੰਜਨਾ, ਸਭ ਮੁਕਲਾਵਨ ਹਾਰ। ਨਾਨਕ ਧਨ ਸੁਹਾਗਨੀ, ਜਿਨ ਸ਼ੈ ਨਾਲ ਪਿਆਰ। ਅਤੇ ਇਸਤਰੀ ਤੇ ਉਹੀ ਸੁਹਾਗਣ ਮੰਨੀ ਜਾਏਗੀ ਜਿਹਦਾ ਉਸ ਨਾਂ ਦੇ ਨਾਲ, ਕੰਤ ਦੇ ਨਾਲ, ਮਾਲਕ ਦੇ ਨਾਲ, ਪਤੀ ਨਾਲ ਪ੍ਰੇਮ ਹੋਏਗਾ। ਔਰ ਜਿਹੜੀ ਸੱਸ ਸਹੁਰੇ ਵਿੱਚੋਂ ਵੀ ਰੱਬ ਲੱਭੇਗੀ, ਜਿਹੜੀ ਸੱਸ ਸਹੁਰੇ ਨੂੰ ਮਾਤਾ ਪਿਤਾ ਦਾ ਅਧਿਕਾਰ ਸਤਿਕਾਰ ਕਰੇਗੀ। ਜਿੰਨੀ ਮਾਤਾ ਪਿਤਾ ਦੇ ਘਰ ਦੁੱਖ ਮਾਤਾ ਨੂੰ ਸੁਣ ਕੇ ਹੁੰਦਾ, ਜੇ ਸੱਸ ਨੂੰ ਸੁਣ ਕੇ ਹੋਏ ਤੇ ਸਮਝ ਲਓ ਉਹ ਸਹੁਰੇ ਘਰ ਸ਼ੋਭਾ ਪਾ ਗਈ ਹੈ। ਤੋ ਇਸ ਕਰਕੇ ਸਾਣਾ ਜਾਣਾ ਸਾਰਿਆਂ ਨੇ। ਮੈਂ ਬੋਲ ਰਿਹਾ ਨਾ ਜ਼ਿਆਦਾ, ਤੇ ਮੈਂ ਵੀ ਜਾਣਾ ਹੀ।
ਮੇਰੀ ਵੀ ਮੌਤ ਦਾ ਸਮਾਂ ਲਿਖਿਆ ਹੋਇਆ, ਅਸਾਂ ਵੀ ਉੱਥੇ ਜਾਣਾ ਹੈ ਨਾ। ਪਰ ਇਹ ਗੱਲ ਹੋ ਜਾਏ ਕਿ ਜਿਹੜਾ ਤੇ ਗੁਰੂ ਦਾ ਗਿਆਨ ਲੈ ਕੇ ਆਪਣੇ ਜੀਵਨ ਨੂੰ ਸਵਾਰ ਲਏਗਾ, ਉਹ ਤੇ ਫਿਰ ਸੰਸਾਰ ਵਿੱਚ ਆਇਆ ਸਫਲਾ ਹੋ ਜਾਏ। ਹਲੇ ਵੀ ਕੁਝ ਵਿਗੜਿਆ ਨਹੀਂ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ, ਮੇਰੇ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੇ ਪ੍ਰਾਣੀ। ਰਾਤ ਦਿਨ, ਨਿਸ ਹੁੰਦਾ ਰਾਤ। ਭਾਈ ਚੇਤਨਾ ਹੀ ਤੇ ਚੇਤ ਲੈ, ਯਾਦ ਕਰ ਲੈ ਉਹਨੂੰ। ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ, ਦੇਖੋ ਨਿਸ ਦਿਨ ਮੇ ਪ੍ਰਾਣੀ, ਇਹ ਪ੍ਰਾਣੀ ਦਿਨ ਰਾਤ ਉਹਨੂੰ ਚੇਤੇ ਕਰ। ਕਿਉਂ? ਬੰਦਾ ਫਿਰ ਸਵਾਲ ਵੀ ਕਰਦਾ, ਮੈਂ ਕਿਉਂ ਚੇਤੇ ਕਰਾਂ? ਕਿਉਂਕਿ ਸਾਡੀ ਬਿਰਤੀ ਮਾਇਕ ਪਦਾਰਥਾਂ ਦੀ ਹੈ, ਸਾਡੀ ਸੋਚ ਮਾੜੀ ਹੈ। ਪਾਤਸ਼ਾਹ ਕਹਿੰਦੇ ਨੇ, ਛਿਨ ਛਿਨ ਓਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਜਿਸ ਤਰ੍ਹਾਂ ਭਰੇ ਹੋਏ ਘੜੇ ਦੇ ਵਿੱਚ ਤਰੇੜ ਆ ਜਾਏ ਨਾ, ਤੇ ਉਹ ਛਿਨ ਛਿਨ ਕਰਕੇ ਪਾਣੀ ਖਤਮ ਹੁੰਦਾ ਜਾਂਦਾ ਹੈ, ਇੱਕ ਦਿਨ ਘੜਾ ਖਾਲੀ ਹੋ ਜਾਏਗਾ। ਸਾਡੇ ਵੀ ਸਰੀਰ ਦੀ ਇਹੀ ਹਾਲਤ ਹੈ। ਜਿਸ ਦਿਨ ਇਹਦੇ ਵਿੱਚੋਂ ਸਵਾਸ ਨਿਕਲਦੇ ਜਾਣਗੇ, ਘੜਾ ਖਾਲੀ ਹੋ ਜਾਏਗਾ। ਘੜਾ ਖਾਲੀ ਹੋ ਗਿਆ, ਛਿਨ ਛਿਨ ਓਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਤੇ ਪਾਤਸ਼ਾਹ ਕਹਿੰਦੇ ਨੇ, ਹਰ ਗੁਣ ਕਾਹੇ ਨਾ ਗਾਵਈ। ਤੂੰ ਕਿਉਂ ਨਹੀਂ ਉਹਦੇ ਗੁਣ ਗਾ ਰਿਹਾ? ਮੂਰਖ ਅਗਿਆਨਾ, ਹੇ ਮੂਰਖ ਅਗਿਆਨਾ, ਗਿਆਨ ਤੋਂ ਹੀਣਾ। ਹਰ ਗੁਣ ਕਾਇ ਨ ਗਾਵੇ ਮੂਰਖ ਅਗਿਆਨਾ, ਝੂਠੇ ਲਾਲਚ ਲਾ ਕੇ ਨ ਮਰਨ ਪਛਾਨਾ। ਝੂਠੇ ਲਾਲਚ ਚ ਲੱਗ ਕੇ ਮੌਤ ਭੁੱਲ ਗਿਆ ਵੇ, ਕਿ ਤੈਨੂੰ ਇਸ ਸੋਚ ਵਿੱਚ ਲਿਆਂਦਾ ਸੀ, ਤੇਰੀ ਜਹਿਨ ਵਿੱਚ ਇਹ ਗੱਲ ਪਾਈ ਸੀ ਕਿ ਮਰਨ ਲਿਖਾਏ ਮੰਡਲ ਮੇ ਆਏ, ਤੇਰੀ ਮੌਤ ਲਿਖੀ ਗਈ ਹੈ ਤਾਂ ਤੂੰ ਆਇਆ। ਮਾਰੇ ਕਹਿੰਦੇ ਨੇ, ਅਜੂ ਕੱਛ ਬਿਗੜਿਓ ਨਹੀਂ, ਹੱਲੇ ਵੀ ਕੁਛ ਨਹੀਂ ਵਿਗੜਿਆ। ਜੋ ਪ੍ਰਭ ਗੁਣ ਗਾਵੇ, ਜੋ ਪ੍ਰਭੂ ਦੇ ਗੁਣ ਗਾਉਂਦਾ ਹੈ, ਉਹ ਕਹੋ ਉਹਦੇ ਗੁਣ ਗਾਓ। ਹੱਲੇ ਕੁਛ ਵਿਗੜਿਆ ਨਹੀਂ, ਡੁੱਲੇ ਹੋਏ ਬੇਰਾਂ ਦਾ ਕੁਛ ਨਹੀਂ ਵਿਗੜਿਆ। ਹੱਲੇ ਵੀ ਸਮਝ ਆ ਜਾਵੇ। ਕਹੋ ਨਾਨਕ ਤੈ ਭਜਨ ਤੇ ਨਿਰਭੈ ਪਦ ਪਾਵੇ। ਉਹਦੇ ਭਜਨ ਬੰਦਗੀ ਨਾਲ, ਉਹਦੇ ਸਿਮਰਨ ਨਾਲ, ਮੈਂ ਕਹਿੰਦਾ ਕਿੰਨਾ ਅੱਛਾ ਉਪਰਾਲਾ ਹੈ। ਗੁਰੂ ਸਾਹਿਬ ਨੇ ਜਿਹੜੀ ਸਾਡੇ ਕੋਲੋਂ 2.5 ਘੰਟੇ ਦੀ ਰੋਜ਼ ਦੀ ਰੂਟੀਨ ਲਈ ਹੈ ਨਾ, ਇਹ ਤੇ ਭਲਾ ਹੋਏ ਵੀਰ ਜੀ ਦਾ, ਜੋ ਇਹਨਾਂ ਪਾਸੋਂ ਗੁਰੂ ਦੇ ਹੱਥ, ਸਮਰਥ ਗੁਰੂ ਇਹਨਾਂ ਦੇ ਹੱਥ ਰੱਖ ਕੇ ਸੇਵਾ ਤੁਹਾਡੇ ਕੋਲ। ਮੈਂ ਰੋਜ਼ ਵੇਖਣਾ ਕਿ 5 ਤੋਂ ਲੈ ਕੇ 7, ਸਵਾ 7 ਵਜੇ ਤੱਕ, 4:30 ਤੋਂ ਵਾਹਿਗੁਰੂ, 2.5 ਘੰਟੇ ਦੀ ਤੁਹਾਡੀ ਸੇਵਾ। ਤੁਸੀਂ ਅੰਮ੍ਰਿਤ ਵੇਲੇ ਹੀ ਇਹਨਾਂ ਨਾਲ ਬੈਠ ਕੇ ਉਹਦੀ ਭਗਤੀ ਕਰ ਲੋਗੇ, ਸਮਝੋ ਕਿ ਜੀਵਨ ਦੇ ਮਨੋਰਥ ਨੂੰ ਤੁਸੀਂ ਪੂਰਾ ਕਰ ਰਹੇ ਹੋ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਤੇ ਹੋਇਆ ਕਿ ਸਾਡੇ ਵਰਗਿਆਂ ਦਾ ਲੱਗਾ ਕਿਤ ਕੋ ਪਕੜੇ, ਸਭ ਮੁਕਦੀ ਚੱਲੀ ਰਹਿਣ। ਭਾਈ ਜਿਹੜਾ ਤੇ ਅੰਮ ਪੇੜ ਦੇ ਨਾਲ ਲੱਗਿਆ ਹੈ, ਤੇ ਇੱਕ ਤੇ ਉਹ ਝੁਕਦਾ ਜਾਏਗਾ। ਦੇਖੋ ਜਦੋਂ ਰਸ ਆਉਂਦਾ ਨਾ ਉਹਦੇ ਅੰਮ ਵਿੱਚ, ਉਹਦੀ ਖਾਸੀਅਤ ਜੇ, ਉਹ ਝੁਕਦਾ ਜਾਏਗਾ, ਮਿਠਾਸ ਹੁੰਦੀ ਜਾਏਗੀ ਨਾ, ਉਹ ਨੀਵਾਂ ਹੁੰਦਾ ਜਾਏਗਾ। ਔਰ ਜਿਹੜੇ ਫਲ ਟਹਿਨੀ ਤੋਂ ਟੁੱਟ ਗਏ, ਦੁਬਾਰਾ ਨਹੀਂ ਲੱਗਣੇ ਜੇ। ਜਿਹੜੇ ਸੰਗਤ ਤੋਂ ਟੁੱਟ ਗਏ, ਉਹ ਦੁਬਾਰਾ ਨਹੀਂ ਆਣੇ। ਉਹ ਫਿਰ ਸੰਗਤ ਵਿੱਚ ਆਣਾ ਬੜਾ ਮੁਸ਼ਕਲ ਹੈ। ਕਹਿੰਦੇ ਨੇ, ਮੈਂ ਇੱਕ ਗੁਰਦੁਆਰੇ ਗਿਆ ਹਲੇ ਕੁਛ ਦਿਨ ਹੋਏ, ਬੜੀ ਸੋਹਣੀ ਪੰਕਤੀ, ਮੈਂ ਬਲਿਹਾਰ ਜਾਵਾਂ ਜਿੰਨੇ ਵੀ ਲਿਖੀ ਹੈ। ਕਹਿੰਦੇ ਨੇ ਉੱਥੇ ਲਿਖਿਆ ਪਤਾ ਕੀ ਸੀ? ਰੱਬ ਦੇ ਘਰ ਦੀ ਸੇਵਾ ਕਰੋ ਤੇ ਮੁਕਦੀ ਨਹੀਂ। ਬੜੇ ਧਿਆਨ ਨਾਲ ਸੁਣਨਾ, ਰੱਬ ਦੇ ਘਰ ਦੀ ਸੇਵਾ ਕਰੋ ਤੇ ਮੁਕਦੀ ਨਹੀਂ, ਨਾ ਕਰੋ ਤੇ ਰੁਕਦੀ ਨਹੀਂ। ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਸੇਵਾ ਕਰ ਰਹੇ ਹਾਂ ਨਾ, ਤੇ ਮੁੱਕੇਗੀ ਨਹੀਂ, ਕਰ ਲੋ ਜਿੰਨੀ ਮਰਜ਼ੀ ਕਰਦੇ ਜਾਓ। ਪਰ ਕਿੱਥੇ ਹੰਕਾਰ ਆ ਗਿਆ, ਕਿੱਥੇ ਮਾਣ ਹੋ ਗਿਆ ਕਿ ਮੈਂ ਨਹੀਂ ਗਿਆ ਤੇ ਸੇਵਾ ਨਹੀਂ ਹੋਏਗੀ, ਤੇ ਰੁਕਣੀ ਵੀ ਨਹੀਂ। ਕਿਉਂਕਿ ਇਹ ਕੰਮ ਐਸੇ ਨੇ, ਗੁਰੂ ਦੇ ਕੰਮ ਨੇ, ਤੇ ਗੁਰੂ ਜਿਹਨੂੰ ਚਾਹਵੇ ਉਹ ਛਿੱਜਰ ਚੀਵਰ ਦੇ ਉੱਤੇ ਵੀ ਗਿਆਨ ਦੀ ਛੜੀ ਰੱਖ ਕੇ ਹਰਕ੍ਰਿਸ਼ਨ ਪਾਤਸ਼ਾਹ ਉਸ ਮੂੜੇ ਕੋਲੋਂ ਵੀ ਅਰਥ ਕਰਾ ਸਕਦੇ ਨੇ। ਪਿੰਗਲ ਪਰਬਤ ਪਾਰ ਪਰੇ, ਹਲ ਚਤੁਰਬ ਕੀਤਾ, ਅੰਧਲੇਤਰੀ ਭਵਨ ਸੁਝਿਆ, ਗੁਰ ਭੇਟ ਪੁਨੀਤਾ। ਉਹ ਤੇ ਪਿੰਗਲੇ ਨੂੰ ਹੀ ਪਹਾੜਾਂ ਤੇ ਚੜਾ ਸਕਦਾ ਹੈ, ਤੇ ਤੂੰ ਖੇਤ ਦੀ ਕਿਸ ਮੂਲੀ ਹੈ। ਤੂੰ ਇਸ ਕਰਕੇ ਮਾਨ ਨਾ ਕਰੀ। ਜੇ ਮੈਂ 2.5 ਘੰਟੇ ਬਹਿਣਾ, ਉੱਠਣ ਤੋਂ ਬਾਅਦ ਇੱਕ ਮਨ ਵਿੱਚ ਖਾਨਾ ਬਣਾਈ, ਗੁਰੂ ਸਾਹਿਬ ਸ਼ੁਕਰ ਹੈ ਤੁਹਾਡਾ
ਅੱਜ ਮੇਰੇ ਕੋਲ ਸੇਵਾ ਲਈਏ ਤੇ ਕਿਰਪਾ ਇਹ ਵਾਲੀ ਕੱਲ ਵੀ ਬਣਾਈ ਰੱਖੀ। ਦੇਖੋ ਤੁਸੀਂ ਮੈਂ ਨਿਕਲ ਗਈ, ਇਹਦੇ ਵਿੱਚ ਤੂੰ ਆ ਗਿਆ। ਜਦ ਤੱਕ ਮੈਂ ਕਰ ਰਿਹਾ ਸੀ ਇਹ ਮਾਣ ਹੀ ਹੰਕਾਰ ਹੀ ਤੇ ਨਹੀਂ ਸੇਵਾ ਕਰਨ ਦਿੰਦਾ ਨਾ। ਤੇ ਕਿਤੇ ਹੰਕਾਰ ਕਰ ਲਓ, ਅਗਲੇ ਦਿਨ ਦੇਖੋ ਤੁਸੀਂ ਉੱਠ ਨਹੀਂ ਪਾਓਗੇ। ਫਿਰ 1 ਦਿਨ ਦਾ 2 ਦਿਨ ਦਾ ਨਿਕਲਿਆ, ਹਫ਼ਤਾ ਫਿਰ ਰੂਟੀਨ ਹੀ ਟੁੱਟ ਜਾਂਦੀ ਹੈ। ਇਸ ਕਰਕੇ ਟਹਿਨੀ ਦੇ ਨਾਲ ਲੱਗੇ ਰਵਾਂਗੇ, ਸੰਗਤ ਦੇ ਨਾਲ ਲੱਗੇ ਰਵਾਂਗੇ ਨਾ, ਤੇ ਮਿਠਾਸ ਸਾਡੇ ਵਿੱਚ ਆਉਂਦੀ ਜਾਏਗੀ। ਨਿਮਰਤਾ ਦੇ, ਦਇਆ, ਧਰਮ, ਧੀਰਜ, ਸਤ, ਸੰਤੋਖ, ਇਹ ਸਾਰੇ ਦੈਵਿਕ ਗੁਣ ਆਉਂਦੇ ਰਹਿਣਗੇ, ਕਿਉਂਕਿ ਭਾਰੇ ਹੁੰਦੇ ਜਾਵਾਂਗੇ ਗੁਣਾ ਕਰਕੇ। ਤੇ ਮਾਨ ਨਹੀਂ ਕਰਨਾ, ਕਿਉਂਕਿ ਗੁਰੂ ਘਰ ਦੀ ਸੇਵਾ ਹੈ। ਉਹਨੇ ਤੇ ਕਿਸੇ ਕੋਲ ਉਠਾ ਦੇ, ਅਮਰੀਕ ਸਿੰਘ ਕੋਲ ਨਹੀਂ ਤੇ ਦਲਵੀਰ ਸਿੰਘ ਕੋਲ ਲੈ ਲੈਣੀ ਹੈ, ਦਲਵੀਰ ਸਿੰਘ ਨਹੀਂ ਤੇ ਸੁਰਿੰਦਰ ਸਿੰਘ ਕੋਲ ਲੈ ਲੈਣੀ ਹੈ, ਸੁਰਿੰਦਰ ਸਿੰਘ ਨਹੀਂ ਤੇ ਚਰਨਜੀਤ ਸਿੰਘ ਕੋਲ, ਚਰਨਜੀਤ ਸਿੰਘ ਨਹੀਂ ਤੇ ਹੋਰ ਕੋਈ। ਇਹ ਉਹਦੇ ਕਾਰਜ ਨੇ। ਪਰ ਜਿਹੜੇ ਤੇ ਮਾਨ ਤੋਂ ਬਚ ਗਏ, ਜਿਹੜੇ ਗੁਰੂ ਦਾ ਸ਼ੁਕਰਾਨੇ ਵਿੱਚ ਰਹਿ ਰਹੇ ਨੇ, ਉਹ ਖੁਸ਼ ਹੋ ਜਾਣ। ਸੋ ਮਹਾਰਾਜ ਕਿਰਪਾ ਕਰਨ। ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ। ਮਹਾਰਾਜ ਅਸੀਸ ਬਖਸ਼ਣਾ। ਆਪ ਜੀ 11 ਤੋਂ 12ਵੀਂ ਜੇ ਲਿੰਕ ਹੋਵੇ ਤੇ ਆਪ ਜੀ ਲੈ ਕੇ ਜ਼ਰੂਰ ਅਸੀਸ ਦੇਣ ਆਉਣਾ। ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।